ਨਮਸਕਾਰ, ਸਤਿ ਸ੍ਰੀ ਅਕਾਲ। ਮੈਂ ਹਾਂ ਅਨਿਲ ਕੱਕੜ, ਸੱਚ ਕਹੂੰ ਦੇ ਵਿੱਚ ਤੁਹਾਡਾ ਸਵਾਗਤ ਹੈ। ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਕੋਰੋਨਾ ਮਹਾਮਾਰੀ ਨੂੰ ਲੈ ਕੇ ਲਾਕਡਾਊਨ ਹੈ ਤੇ ਬਹੁਤ ਮਹਾਮਾਰੀ ਮੱਚੀ ਹੋਈ ਹੈ। ਦੁਸ਼ਪਰਿਣਾਮ ਇਸ ਮਹਾਮਾਰੀ ਦੇ ਸਾਹਮਣੇ ਆ ਰਹੇ ਨੇ। ਇਸ ਦੌਰਾਨ ਸਭ ਤੋਂ ਜ਼ਿਆਦਾ ਜੋ ਮਾਰ ਪਈ ਹੈ ਉਹ ਵਿਕਸਿਤ ਦੇਸ਼ਾਂ ਨੂੰ ਪਈ ਹੈ, ਕਿਉਂਕਿ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰੀਕਾਸ਼ਨ ਦੇ ਨਾਲ ਲੋਕਾਂ ਨੇ ਲੋਕਡਾਊਨ ਜੋ ਹੈ ਉਹਦੀ ਅੱਛੀ ਜੋ ਹੈ ਤਰ੍ਹਾਂ ਪਾਲਣਾ ਕੀਤੀ ਹੈ, ਮੋਟੇ ਤੌਰ ਤੇ ਦੇਖਿਆ ਜਾਏ ਤਾਂ, ਜਿਸ ਕਰਕੇ ਇੰਡੀਆ ਦੇ ਵਿੱਚ ਜੋ ਹੈ ਹਾਲੇ ਤੱਕ ਲੋਕਡਾਊਨ ਨਾਲ ਕਾਫੀ ਚੀਜ਼ਾਂ ਸੇਫ ਨੇ। ਬਕਾਇਦਾ ਅਗਰ ਆંકੜੇ ਦੇਖੀਏ ਤਾਂ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਇੰਡੀਆ ਜੋ ਹੈ ਕਈ ਥਾਵਾਂ ਤੇ ਬਿਹਤਰ ਨਜ਼ਰ ਆਉਂਦਾ ਹੈ। ਲੇਕਿਨ ਫਿਰ ਵੀ ਵਿਕਸਿਤ ਦੇਸ਼ਾਂ ਦੇ ਵਿੱਚ ਮੈਡੀਕਲ ਫੈਸਿਲਿਟੀਜ਼ ਤੇ ਬੇਸਿਕ ਅਮੈਨਿਟੀਜ਼ ਅੱਛੀਆਂ ਨੇ, ਉਹਨਾਂ ਦਾ ਇਨਫਰਾਸਟਰਕਚਰ ਆਪਣੇ ਨਾਲੋਂ ਕਈ ਗੁਣਾ ਅੱਛਾ ਹੈ। ਉਸ ਬਾਰੇ ਵੀ ਅਗਰ ਆਪਾਂ ਧਿਆਨ ਕਰੀਏ ਤਾਂ ਕਿਉਂਕਿ ਕੁਛ ਗਲਤੀਆਂ ਕੁਝ ਦੇਸ਼ਾਂ ਤੋਂ ਹੋਈਆਂ ਨੇ, ਲੇਕਿਨ ਸਾਰੀ ਕੰਟਰੀਜ਼ ਨੇ ਉਹ ਗਲਤੀਆਂ ਨਹੀਂ ਕੀਤੀਆਂ, ਬਹੁਤ ਸਮਝਦਾਰੀ ਨਾਲ ਵੀ ਕੰਮ ਲਏ। ਅੱਜ ਆਪਣੇ ਨਾਲ ਗੱਲ ਕਰਨ ਲਈ ਨਿਊਜ਼ੀਲੈਂਡ ਤੋਂ ਸੱਚ ਕਹੂੰ ਦੇ ਪ੍ਰੈਸ ਫੋਟੋਗ੍ਰਾਫਰ ਨੇ ਰਣਜੀਤ ਸਿੰਘ ਸਿੱਧੂ। ਰਣਜੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੱਚ ਕਹੂੰ ਦੇ ਵਿੱਚ। Thank you so much, Anil ji. This is my pleasure to be part of this. ਤੇ ਮੈਨੂੰ ਹਮੇਸ਼ਾ ਹੀ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਸੱਚ ਕਹੂੰ ਲਈ ਇੱਕ ਸਾਨੂੰ ਜੋ ਅਸੀਂ ਆਪਣੇ ਦਰਸ਼ਕਾਂ ਤੱਕ ਸਹੀ ਇਨਫੋਰਮੇਸ਼ਨ ਦੇ ਸਕੀਏ, ਜੋ ਮੀਡੀਆ ਤੇ ਯਕੀਨ ਕਰਦੇ ਨੇ, ਜੋ ਅਸਲੀ ਨਿਊਜ਼ ਤੇ ਰੀਅਲ ਨਿਊਜ਼ ਤੇ ਉਹ ਯਕੀਨ ਕਰਦੇ ਨੇ, ਅਸੀਂ ਉਹਨਾਂ ਨੂੰ ਸਹੀ ਨਿਊਜ਼ ਦੇ ਸਕੀਏ। ਆਈ ਐਮ ਰੀਅਲੀ ਪ੍ਰਾਊਡ ਆਫ ਇਟ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਰਣਜੀਤ ਜੀ। ਤੁਸੀਂ ਵੀ ਇਸ ਡਿਪਾਰਟਮੈਂਟ ਦਾ ਪਾਰਟ ਹੋ, ਬਹੁਤ ਲੰਮੇ ਟਾਈਮ ਤੋਂ ਕੰਮ ਕਰ ਰਹੇ ਹੋ ਤੁਸੀਂ ਅਦਾਰੇ ਨਾਲ, ਤੇ ਸਾਨੂੰ ਵੀ ਬਹੁਤ ਅੱਛਾ ਲੱਗਦਾ। ਤੁਸੀਂ ਬਹੁਤ ਜ਼ਿਆਦਾ ਮਿਹਨਤੀ ਤੇ ਬਹੁਤ ਕ੍ਰੀਏਟਿਵ ਫੋਟੋਗ੍ਰਾਫਰ ਰਹੇ ਹੋ। ਤੁਹਾਡੀ ਜਿਹੜੀ ਫੋਟੋਗ੍ਰਾਫੀ ਹੈ ਉਹਦਾ ਤਾਂ ਬਹੁਤ ਹੀ ਸਾਨੂੰ ਮਾਣ ਹੁੰਦਾ ਜਦੋਂ ਤੁਸੀਂ ਬਹੁਤ ਅੱਛੀਆਂ ਪਿਕਚਰ ਸਾਨੂੰ, ਕਿਉਂਕਿ ਇੰਡੀਆ 'ਚ ਵੀ ਰਹਿੰਦੇ ਤੁਸੀਂ ਬਹੁਤ ਵਧੀਆ ਫੋਟੋਗ੍ਰਾਫੀ ਇਸ ਅਦਾਰੇ ਵਾਸਤੇ ਕੀਤੀ, ਤੇ ਹੁਣ ਜਦੋਂ ਦੇ ਤੁਸੀਂ ਬਾਹਰ ਗਏ ਹੋ, ਨਿਊਜ਼ੀਲੈਂਡ ਗਏ ਹੋ, ਉਦੋਂ ਦੀ ਵੀ ਤੁਹਾਡੀ ਫੋਟੋਗ੍ਰਾਫੀ ਵਾਕਈ ਹੀ ਕਾਬਿਲੇ ਤਾਰੀਫ ਹੁੰਦੀ ਹੈ। ਰਣਜੀਤ ਜੀ, ਮੈਂ ਪੁਆਇੰਟ ਤੇ ਆਉਣਾ, ਤੇ ਜਿਹੜਾ ਮੇਰਾ ਬੇਸਿਕ ਤੇ ਜਿਹੜਾ ਪਹਿਲਾ ਸਵਾਲ ਉਹ ਇਹ ਹੈ ਕਿ ਤੁਸੀਂ ਨਿਊਜ਼ੀਲੈਂਡ ਦੇ ਕਿਸ ਪਾਰਟ ਦੇ ਵਿੱਚ ਰਹਿ ਰਹੇ ਹੋ ਤੇ ਫਿਲਹਾਲ ਕੋਰੋਨਾ ਦੀ ਜਿਹੜੀ ਸਥਿਤੀ ਹੈ ਉੱਥੇ ਕੀ ਹੈ? ਅਨਿਲ ਜੀ, ਨਿਊਜ਼ੀਲੈਂਡ ਜਿਹੜੀ ਕੰਟਰੀ ਹੈ ਉਹ ਕੋਈ ਬਹੁਤ ਜ਼ਿਆਦਾ ਵੱਡੀ ਕੰਟਰੀ ਨਹੀਂ ਹੈ। ਇੱਕ ਕਾਈਂਡ ਆਫ ਆਈਲੈਂਡ ਇਹਨੂੰ ਆਪਾਂ ਕਹਿ ਸਕਦੇ ਹਾਂ, ਕਿਉਂਕਿ ਬਿਲਕੁਲ ਦੁਨੀਆ ਤੋਂ ਅਲੱਗ ਥਲੱਗ ਹੈ। ਅਗਰ ਤੁਸੀਂ ਵਰਲਡ ਦੇ ਮੈਪ ਦੇ ਵਿੱਚ ਦੇਖੋਗੇ ਤਾਂ ਮੈਪ ਦੇ ਵਿੱਚ ਬਹੁਤ ਜ਼ਿਆਦਾ, ਈਵਨ ਕਿ ਆਸਟ੍ਰੇਲੀਆ ਤੋਂ ਵੀ ਅੱਗੇ ਇਹ ਕੰਟਰੀ ਪੈਂਦੀ ਹੈ। ਔਰ ਪੋਪੂਲੇਸ਼ਨ ਹੈ ਜਿਹੜੀ ਇੱਥੇ ਦੀ ਕੋਈ ਜ਼ਿਆਦਾ ਨਹੀਂ ਹੈ ਕੰਟਰੀ ਦੀ, ਆਪਣੇ ਇੰਡੀਆ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਹੈ। ਔਰ ਨਿਊਜ਼ੀਲੈਂਡ ਜੋ ਹੈ ਉਹ ਦੋ ਪਾਰਟ ਦੇ ਵਿੱਚ ਡਿਵਾਈਡ ਹੈ, ਨਾਰਥ ਆਈਲੈਂਡ ਤੇ ਸਾਊਥ ਆਈਲੈਂਡ। ਤਾਂ ਇਹ ਦੋ ਆਈਲੈਂਡ ਮਿਲਾ ਕੇ ਇਹ ਨਿਊਜ਼ੀਲੈਂਡ ਕੰਟਰੀ ਬਣਦੀ ਹੈ। ਮੈਂ ਇਸ ਟਾਈਮ ਕਾਫੀ ਲੰਬੇ ਸਮੇਂ ਤੋਂ ਹੀ ਐਕਚੁਅਲੀ ਮੈਂ ਨਾਰਥ ਦੇ ਵਿੱਚ ਰਹਿ ਰਿਹਾ, ਨਿਊਜ਼ੀਲੈਂਡ ਦੇ ਨਾਰਥ ਪਾਰਟ ਦੇ ਵਿੱਚ ਆਕਲੈਂਡ ਸ਼ਹਿਰ ਦੇ ਵਿੱਚ ਰਹਿ ਰਿਹਾ। ਤਾਂ ਇਸ ਟਾਈਮ ਦੀ ਕਰੰਟ ਜੋ ਮੇਰੀ ਲੋਕੇਸ਼ਨ ਹੈ ਉਹ ਆਕਲੈਂਡ ਸ਼ਹਿਰ ਹੈ ਜੀ। ਤੇ ਇੱਥੇ ਮੌਜੂਦਾ ਸਥਿਤੀ ਦੇ ਬਾਰੇ ਜ਼ਰੂਰ ਜਾਣਨਾ ਪਾਓ ਜੀ, ਕੋਰੋਨਾ ਦੀ ਮਹਾਮਾਰੀ ਜਿਹੜੀ ਸਥਿਤੀ। ਅਨਿਲ, ਜਦੋਂ ਚਾਈਨਾ ਦੇ ਵਿੱਚ ਇਹ ਬਿਮਾਰੀ ਸਟਾਰਟ ਹੋਈ ਸੀ ਤਾਂ ਤਕਰੀਬਨ ਸਾਰੇ ਦੇਸ਼ਾਂ ਨੇ ਹੀ ਪਹਿਲਾਂ ਇਸ ਨੂੰ ਉਸ ਲੈਵਲ ਤੇ ਸੀਰੀਅਸਲੀ ਨਹੀਂ ਲਿਆ ਸੀ। ਤਾਂ ਸਭ ਨੂੰ ਲੱਗ ਰਿਹਾ ਸੀ ਕਿ ਇਹ ਇੱਕ ਕੰਟਰੀ ਦੀ ਇੰਡੀਵਿਜੂਅਲੀ ਪ੍ਰੋਬਲਮ ਹੈ, ਉਹਨਾਂ ਦੀ ਇੱਕ ਡੋਮੈਸਟਿਕ ਪ੍ਰੋਬਲਮ ਹੈ ਤੇ ਸ਼ਾਇਦ ਇਹ ਉਸੇ ਕੰਟਰੀ ਤੱਕ ਰਹਿ ਜਾਏਗੀ। ਬਟ ਜਿਵੇਂ ਜਿਵੇਂ ਕੇਸ ਹੈ ਜਿਹੜੇ ਉਹ ਰਾਈਜ਼ ਹੋਣ ਲੱਗੇ, ਗਿਣਤੀ ਉਹਨਾਂ ਦੀ ਵਧਣ ਲੱਗੀ, ਤਾਂ ਦੂਸਰੀਆਂ ਕੰਟਰੀਆਂ ਵੀ ਚੌਕਸ ਹੋ ਗਈਆਂ। ਨਿਊਜ਼ੀਲੈਂਡ ਦੇ ਵਿੱਚ ਤਕਰੀਬਨ 2 ਮਹੀਨੇ ਪਹਿਲਾਂ ਫਸਟ ਕੇਸ ਹੈ ਜਿਹੜਾ ਉਹ ਕਰੋਨਾ ਦਾ ਆਇਆ ਸੀ। ਤਾਂ ਇੱਕ ਈਰਾਨ ਦੇ ਟਰੈਵਲਰ ਦੇ ਥਰੂ ਕਰੋਨਾ ਨੇ ਨਿਊਜ਼ੀਲੈਂਡ ਦੇ ਵਿੱਚ ਦਸਤਕ ਦਿੱਤੀ ਸੀ। ਔਰ ਉਸ ਤੋਂ ਬਾਅਦ ਹੀ ਬਿਕੋਜ਼ ਜਿਵੇਂ ਮੈਂ ਮੈਂਸ਼ਨ ਕਰ ਚੁੱਕਿਆ ਕਿ ਜੋ ਚਾਈਨਾ ਦੀ ਉਸ ਟਾਈਮ ਤੇ ਕਰੰਟ ਸਿਚੁਏਸ਼ਨ ਸੀ, ਜਿਸ ਤਰੀਕੇ ਦੇ ਨਾਲ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਡੈਥਸ ਦੀ ਵੱਧ ਰਹੀ ਸੀ, ਤਾਂ ਸਾਰੀਆਂ ਕੰਟਰੀਆਂ ਇੱਕ ਤਰੀਕੇ ਦੀਆਂ ਆਪਣੇ ਆਪ ਨੂੰ ਤਿਆਰ ਕਰ ਚੁੱਕੀਆਂ ਸੀ ਕਿ ਇਹ ਕਿਸੇ ਵੀ ਕੰਟਰੀ ਦੇ ਵਿੱਚ ਹੋ ਸਕਦੀ ਹੈ ਪ੍ਰੋਬਲਮ। ਤਾਂ ਨਿਊਜ਼ੀਲੈਂਡ ਨੇ ਕਾਫੀ ਹੱਦ ਤੱਕ ਇਸ ਚੀਜ਼ ਲਈ ਆਪਣੇ ਆਪ ਨੂੰ ਪ੍ਰਪੇਅਰ ਕਰ ਰੱਖਿਆ ਸੀ। ਤਾਂ ਜਦੋਂ ਇਹਨਾਂ ਕੋਲੇ ਫਸਟ ਕੇਸ ਆਇਆ ਤਾਂ ਨਿਊਜ਼ੀਲੈਂਡ ਨੇ ਉਸ ਨੂੰ ਹਲਕਾ ਨਾ ਲੈਂਦਿਆਂ ਹੋਇਆਂ ਉਸ 'ਤੇ ਪੂਰਾ ਆਪਣਾ ਕੰਮ ਕੀਤਾ। ਔਰ ਉਸ ਤੋਂ ਬਾਅਦ ਜੋ ਇਹਨਾਂ ਦੀ ਗਿਣਤੀ ਹੈ, ਅਗਰ ਗ੍ਰਾਫ ਦੇ ਅਕੋਰਡਿੰਗ ਦੇਖੀਏ ਤਾਂ ਇਹ ਗਿਣਤੀ ਵਧਣੀ ਸ਼ੁਰੂ ਹੋ ਗਈ, ਕਿਉਂਕਿ ਲੋਕਾਂ ਦੇ ਵਿੱਚ ਜਦੋਂ ਉਹ ਕੰਟੈਕਟ ਹੈ ਜਿਹੜਾ ਉਹ ਕੰਟੈਕਟ ਅੱਗੇ ਵੱਧਦਾ ਗਿਆ ਤਾਂ ਉਹਦੀ ਗਿਣਤੀ ਹੈ ਜਿਹੜੀ ਉਹ ਕਾਫੀ ਉੱਪਰ ਚਲੀ ਗਈ। ਤਾਂ ਨਿਊਜ਼ੀਲੈਂਡ ਗਵਰਨਮੈਂਟ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਇੱਕ ਬਹੁਤ ਅੱਛੀ ਸਟ੍ਰੈਟਜੀ ਬਣਾਈ ਔਰ ਇਸ ਸਾਰੇ ਕੇਸ ਨੂੰ ਉਹਨਾਂ ਨੇ
ਚਾਰ ਉਹਦੇ ਜਿਹੜੇ ਹੈ ਸੈਕਸ਼ਨ ਬਣਾ ਦਿੱਤੇ, ਉਹਨੂੰ 4 ਭਾਗਾਂ ਦੇ ਵਿੱਚ ਡਿਵਾਈਡ ਕਰ ਲਿਆ। ਲੈਵਲ ਜੀ ਫਸਟ, ਲੈਵਲ ਸੈਕੰਡ, ਲੈਵਲ ਥਰਡ ਤੇ ਲੈਵਲ 4। ਜੀ ਤਾਂ ਲੈਵਲ ਫਸਟ ਸੀ ਜਦੋਂ ਈਰਾਨ ਤੋਂ ਉਹ ਟਰੈਵਲਰ ਆਇਆ ਸੀ, ਤਾਂ ਉਸ ਟਾਈਮ ਤੇ ਅਸੀਂ ਲੈਵਲ 1 ਤੇ ਸੀ ਕਿ ਜੀ ਸਾਨੂੰ ਇਹ ਕਿਤੇ ਨਾ ਕਿਤੇ ਪਤਾ ਸੀ ਕਿ ਇੱਥੇ ਜੋ ਹੁਣ ਕੰਟੈਕਟ ਹੈ ਜਿਹੜਾ ਉਹ ਅਗਰ ਲੋਕਾਂ ਦੇ ਵਿੱਚ ਹੋਏਗਾ ਤਾਂ ਇਹ ਬਿਮਾਰੀ ਵਧੇਗੀ। ਹੂੰ ਤਾਂ ਉਸ ਦੇ ਮੱਦੇਨਜ਼ਰ ਹੀ ਅੱਗੇ ਦੀ ਅੱਗੇ ਜਿਸ ਤਰੀਕੇ ਦੇ ਨਾਲ ਕੇਸਾਂ ਦੇ ਵਿੱਚ ਵਾਧਾ ਹੋਇਆ, ਤਾਂ ਨਿਊਜ਼ੀਲੈਂਡ ਗਵਰਨਮੈਂਟ ਨੇ ਇੱਕ ਬਹੁਤ ਅੱਛੀ ਸਟ੍ਰੈਟਜੀ ਦੇ ਅਕੋਰਡਿੰਗ ਇਸ ਬਿਮਾਰੀ ਨੂੰ ਹਰ ਹਾਲਤ ਦੇ ਵਿੱਚ ਕਾਬੂ ਕਰਨ ਦੇ ਵਿੱਚ ਉਹ ਬਹੁਤ ਮੈਂ ਇਹ ਕਹਿ ਸਕਦਾ ਕਿ ਉਹ ਕਾਮਯਾਬ ਵੀ ਰਹੀ ਹੈ ਇਸ ਚੀਜ਼ ਦੇ ਵਿੱਚ। ਜੀ ਔਰ ਮੇ ਬੀ ਤੁਹਾਡੇ ਨੈਕਸਟ ਕੁਐਸਚਨ ਦੇ ਵਿੱਚ ਮੈਂ ਉਹ ਕਵਰ ਕਰਾਂਗਾ, ਬਟ ਫਿਲਹਾਲ ਅੱਜ ਦੀ ਜਿਹੜੀ ਤਾਜ਼ਾ ਖਬਰ ਹੈ ਉਹ ਇਹ ਹੈ ਜੀ ਜੀ ਸਾਡੇ ਕੋਲ ਕਿ ਅੱਜ ਨਿਊਜ਼ੀਲੈਂਡ ਦੇ ਜੋ ਅੱਜ ਦੀ ਕਰੰਟ ਡੇਟ ਦੇ ਵਿੱਚ ਸਿਰਫ 2 ਕੇਸ ਹੈ ਜਿਹੜੇ ਉਹ ਕੋਰੋਨਾ ਦੇ ਆਏ ਨੇ। ਜੀ ਅੱਜ ਦੀ ਟੋਟਲ ਕੋਈ ਆਈਡੀਆ ਹੈ ਜੀ, ਟੋਟਲ ਕਿੰਨਾ ਹੈ? ਦੇਖੋ ਅਨਿਲ ਜੀ, ਅਗਰ ਮੈਂ ਗ੍ਰਾਫ ਦੀ ਗੱਲ ਕਰਾਂ ਕਿ ਜੋ ਮੇਰੇ ਕੋਲ ਵਰਲਡ ਦਾ ਗ੍ਰਾਫ ਹੈ, ਪੂਰਾ ਵਰਲਡ ਵਰਸਸ ਨਿਊਜ਼ੀਲੈਂਡ ਦਾ ਗ੍ਰਾਫ। ਵਰਲਡ ਨੂੰ ਇੱਕ ਵਾਰੀ ਸਾਈਡ ਤੇ ਰੱਖ ਕੇ ਸਿਰਫ ਨਿਊਜ਼ੀਲੈਂਡ ਦੀ ਗੱਲ ਜੀ ਕਰੀਏ, ਸਿਰਫ ਜੀ ਨਿਊਜ਼ੀਲੈਂਡ ਜੀ 'ਚ ਟੋਟਲ ਕਿੰਨੇ ਹੈ? ਨਿਊਜ਼ੀਲੈਂਡ ਦੇ ਵਿੱਚ ਕਰੋਨਾ ਦੇ ਕੇਸ ਸੀਗੇ ਜਿਹੜੇ ਉਹ 1129 ਸੀਗੇ, ਜਿਨ੍ਹਾਂ ਜੀ ਦੇ ਵਿੱਚੋਂ ਤਕਰੀਬਨ ਅੱਧ ਤੋਂ ਵੀ ਜ਼ਿਆਦਾ ਜਿਹੜੇ ਉਹ ਰਿਕਵਰ ਹੋ ਚੁੱਕੇ ਸੀਗੇ। ਜੀ ਉਹ ਬਹੁਤ ਜੀ ਗਿਣਤੀ ਹੈ ਜਿਹੜੀ ਉਹਨਾਂ ਦੀ ਰਿਕਵਰੀ ਮੋਡ ਤੇ ਆ ਗਈ ਸੀ। ਔਰ ਜੀ ਡੈਥ ਹੈ ਜਿਹੜੀਆਂ ਉਹ ਸਿਰਫ ਤੇ ਸਿਰਫ 19 ਡੈਥ ਹੈ ਜਿਹੜੀਆਂ ਹੁਣ ਤੱਕ ਇਸ ਬਿਮਾਰੀ ਕਰਕੇ ਹੋਈਆਂ ਨੇ। 19 ਡੈਥ। ਜੀ, ਤਾਂ ਇਸੇ ਕਰਕੇ ਮੈਂ ਕਹਿ ਰਿਹਾ ਕਿ ਅਗਰ ਮੇਰਾ ਵਰਲਡ ਦੇ ਅਗਲਾ ਗ੍ਰਾਫ ਦੇ ਜੀ ਜੀ ਹਿਸਾਬ ਨਾਲ ਦੇਖੀਏ ਤਾਂ ਬਹੁਤ ਘੱਟ ਗਿਣਤੀ ਬਣਦੀ ਹੈ। ਜੀ ਜੀ ਗਵਰਨਮੈਂਟ ਨੇ ਜਿਹੜੇ ਮੇਜਰਸ ਲਏ ਬਿਲਕੁਲ ਉਹ ਲੋਕਾਂ ਦੇ ਲਈ ਬਹੁਤ ਜਿਹੜੇ ਆ ਉਹ ਚੰਗੇ ਸਾਬਿਤ ਹੋਏ ਆ। ਤੇ ਜੀ ਰਣਜੀਤ ਜੀ, ਮੈਂ ਅਗਲੀ ਗੱਲ ਤੇ ਆਉਂਗਾ ਕਿ ਮੈਡੀਕਲ ਫੈਸਿਲਿਟੀਜ਼ ਦੀ ਜੇ ਗੱਲ ਕਰੀਏ, ਜੇ ਮੌਜੂਦਾ ਟਾਈਮ ਤੇ 1129 ਪੇਸ਼ੈਂਟ ਹੁਣ ਤੱਕ ਸਾਹਮਣੇ ਆ ਚੁੱਕੇ ਆ, ਤੇ ਮੈਡੀਕਲ ਫੈਸਿਲਿਟੀਜ਼ ਕਿੱਦਾਂ ਤਰ੍ਹਾਂ ਦੀਆਂ? ਕਿਉਂਕਿ ਤੁਸੀਂ ਪੰਜਾਬ ਜਾਂ ਇੰਡੀਆ ਤੁਸੀਂ ਮੈਡੀਕਲ ਫੈਸਿਲਿਟੀਜ਼ ਦੇਖੀਆਂ ਨੇ, ਉੱਥੋਂ ਦੀ ਮੈਡੀਕਲ ਫੈਸਿਲਿਟੀਜ਼ ਤੇ ਇੱਥੋਂ ਦੀ ਮੈਡੀਕਲ ਫੈਸਿਲਿਟੀ ਦੇ ਵਿੱਚ ਤਾਂ ਦਿਨ ਰਾਤ ਦਾ ਫਰਕ ਹੈਗਾ ਹੀ ਹੈ, ਬਟ ਕੀ ਐਡਵਾਂਸ ਜਿਹੜੀ ਚੀਜ਼ਾਂ ਉੱਥੇ ਪੇਸ਼ੈਂਟਸ ਨੂੰ ਜਾਂ ਆਮ ਲੋਕਾਂ ਨੂੰ ਮਿਲ ਰਹੀਆਂ? ਅਨਿਲ ਜੀ, ਤੁਹਾਡਾ ਕੁਐਸਚਨ ਬਹੁਤ ਅੱਛਾ ਹੈਗਾ, ਬਟ ਅਗਰ ਆਪਾਂ ਸਪੈਸ਼ਲੀ ਕਰੋਨਾ ਬਾਰੇ ਹੀ ਗੱਲ ਕਰਦੇ ਹਾਂ ਕਿ ਕਰੋਨਾ ਨੂੰ ਦੇਖ ਕੇ ਕਿਸੇ ਵੀ ਕੰਟਰੀ ਦੀ ਜਿਹੜੀ ਟੈਕਨੋਲੋਜੀ ਹੈ ਜਾਂ ਉਹਨਾਂ ਦੀ ਜੋ ਵੀ ਮੌਜੂਦਾ ਵਿਵਸਥਾ ਹੈਗੀ ਹੈ ਕਿਸੇ ਚੀਜ਼ ਨੂੰ ਲੈ ਕੇ, ਤਿਆਰੀ ਜ਼ਰੂਰ ਹੈਗੀ ਹੈ। ਪਰ ਹੁਣ ਤੁਸੀਂ ਇੱਕ ਅੰਦਾਜ਼ਾ ਲਗਾਓ ਕਿ ਅਮਰੀਕਾ ਵਰਗੀਆਂ ਕੰਟਰੀਆਂ ਦੇ ਵਿੱਚ ਉਹਨਾਂ ਕੋਲ ਬਹੁਤ ਜ਼ਿਆਦਾ ਹਾਈਟੈਕ ਨੇ, ਬਹੁਤ ਜ਼ਿਆਦਾ ਅੱਛੀ ਟੈਕਨੋਲੋਜੀ ਹੈ ਉਹਨਾਂ ਕੋਲ, ਬਟ ਫਿਰ ਵੀ ਉਹਨਾਂ ਦਾ ਜਿਹੜਾ ਨੰਬਰ ਆਫ ਕੇਸਿਸ ਨੇ ਉਹ ਬਹੁਤ ਜ਼ਿਆਦਾ ਹਾਈ ਨੇ। ਤਾਂ ਨਿਊਜ਼ੀਲੈਂਡ ਦੇ ਵਿੱਚ ਜੋ ਉਹਨਾਂ ਕੋਲ ਰਿਸੋਰਸਿਸ ਹੈ, ਜੋ ਲੋਕਾਂ ਨੂੰ ਮੈਡੀਕਲ ਪ੍ਰਾਇੋਰਟੀ ਦੇ ਬੇਸ ਤੇ ਫਸਟ ਪ੍ਰਾਇੋਰਟੀ ਹੈ ਜਿਹੜੀ ਉਹ ਮੈਡੀਕਲ ਦੀ ਦਿੱਤੀ ਜਾਂਦੀ ਹੈ ਇੱਥੋਂ ਦੇ ਲੋਕਾਂ ਨੂੰ, ਤਾਂ ਉਹ ਸੈਫੀਸ਼ੀਐਂਟ ਇਹਨਾਂ ਲਈ ਨਿਊਜ਼ੀਲੈਂਡ ਲਈ ਸੀ। ਜੀ ਸਿਰਫ ਉਹਨੂੰ ਕੀ ਕਰਨਾ ਸੀ, ਉਹਨੂੰ ਇੱਕ ਡਾਇਵਰਟ ਕਰਨਾ ਸੀ, ਔਰ ਨਿਊਜ਼ੀਲੈਂਡ ਦੀ ਹੈਲਥ ਮਿਨਿਸਟਰੀ ਨੇ ਉਹ ਬਹੁਤ ਅੱਛੇ ਤਰੀਕੇ ਦੇ ਨਾਲ ਕੀਤਾ। ਨਿਊਜ਼ੀਲੈਂਡ ਦੇ ਜੋ ਫਾਈਨਾਂਸ ਮਿਨਿਸਟਰ ਸੀਗੇ, ਉਹਨਾਂ ਨੇ ਜਦੋਂ ਕਰੋਨਾ ਦੇ ਵਿੱਚ ਅਸੀਂ ਇਸ ਕ੍ਰਾਈਸਿਸ ਦੇ ਵਿੱਚ ਐਂਟਰ ਹੋਏ ਹਾਂ, ਤਾਂ ਉਹਨਾਂ ਨੇ $12.1 ਬਿਲੀਅਨ ਦਾ ਇੱਕ ਪੈਕੇਜ ਹੈ ਜਿਹੜਾ ਉਹ ਰਿਲੀਜ਼ ਕੀਤਾ। ਔਰ ਉਹਦੇ ਵਿੱਚੋਂ ਅਗਰ ਮੈਂ ਤੁਹਾਨੂੰ ਦੱਸਾਂ ਕਿ ਆਲਮੋਸਟ ਜੋ $500 ਮਿਲੀਅਨ ਹੈ ਜਿਹੜਾ ਉਹ ਸਿਰਫ ਤੇ ਸਿਰਫ ਹੈਲਥ ਡਿਪਾਰਟਮੈਂਟ ਲਈ ਦਿੱਤਾ, ਔਰ ਜੋ ਕਿ ਬਹੁਤ ਵੱਡੀ ਅਮਾਉਂਟ ਬਣਦੀ ਹੈ, ਔਰ ਜਿਹਦੇ ਵਿੱਚ ਆਪਾਂ ਕਾਫੀ ਚੀਜ਼ਾਂ ਜਿਹੜੀਆਂ ਉਹ ਕਵਰ ਹੋ ਸਕਦੀਆਂ ਨੇ। ਰਣਜੀਤ ਜੀ, ਇੱਕ ਚੀਜ਼ ਹੋਰ ਬੜੀ ਨੈਸ਼ਨਲ ਮੀਡੀਆ, ਇੰਡੀਆ ਦੇ ਨੈਸ਼ਨਲ ਮੀਡੀਆ ਤੇ ਵੀ ਬੜੀ ਲੋਕਾਂ ਨੂੰ ਦਿਖਾਈ ਗਈ, ਬਹੁਤ ਜ਼ਿਆਦਾ ਸਾਹਮਣੇ ਆਈ, ਤੇ ਇੰਟਰਨੈਸ਼ਨਲ ਮੀਡੀਆ ਤੇ ਵੀ ਉਹ ਬੜੀ ਉਸ ਖਬਰ ਨੇ ਸੁਰਖੀਆਂ ਜਿਹੜੀਆਂ ਹੈ ਉਹ ਬਟੋਰੀਆਂ। ਉਹ ਖਬਰ ਸੀ ਕਿ ਜਿਹੜਾ ਹੈਲਥ ਮਿਨਿਸਟਰ ਹੈ ਨਿਊਜ਼ੀਲੈਂਡ ਦਾ, ਉਹ ਆਪਦੇ ਪਰਿਵਾਰ ਦੇ ਨਾਲ ਲੋਕਡਾਊਨ ਦੇ ਵਿੱਚ ਛੁੱਟੀਆਂ ਮਨਾਉਂਦਾ ਜਿਹੜਾ ਜੀ ਉਹ ਇੱਕ ਤਰੀਕੇ ਨਾਲ ਫੜਿਆ ਗਿਆ, ਜਾਂ ਉਸ ਤੋਂ ਬਾਅਦ ਦੀ ਕਹਾਣੀ ਬੜੀ ਜੋ ਹੈ ਲੋਕਾਂ ਨੇ ਦਿਲਚਸਪੀ ਨਾਲ ਪੜ੍ਹੀ। ਥੋੜਾ ਜਿਹਾ ਇਹਦੇ ਬਾਰੇ ਵੀ ਦੱਸੋ, ਇਹ ਕੀ ਪੂਰਾ ਵਾਕਿਆ ਹੋਇਆ ਕਿਵੇਂ? ਜੀ ਅਨਿਲ ਜੀ, ਇਹ ਗੱਲ ਜੋ ਬਿਲਕੁਲ ਸਹੀ ਪੁਸ਼ਟੀ ਕਰਦੀ ਹੈ, ਬਿਕੋਜ਼ ਜਦੋਂ ਮੈਂ ਤੁਹਾਨੂੰ ਪਹਿਲਾਂ ਜਿਵੇਂ ਦੱਸ ਚੁੱਕਿਆ ਕਿ ਨਿਊਜ਼ੀਲੈਂਡ ਨੇ ਉਹਨੂੰ ਇੱਕ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸੀ ਕਿ ਔਰ ਉਸ ਦਾ ਇੱਕ ਜੋ ਪਾਰਟੀਕੂਲਰ ਲੈਵਲ ਸੀ, ਉਹ ਲੈਵਲ ਦੇ ਅਕੋਰਡਿੰਗ ਹੀ ਲੋਕਾਂ ਨੂੰ ਜੋ ਅੱਗੇ ਦਾ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਸੀ ਕਿ ਤੁਸੀਂ ਕਿੱਥੇ ਜਾ ਸਕਦੇ ਹੋ, ਕਿੱਥੇ ਤੁਹਾਡੇ ਕੋਲ ਐਕਸੈਸ ਹੈ ਜਾਣ ਦੀ ਜਾਂ ਕਿੱਥੇ ਨਹੀਂ ਹੈ। ਤਾਂ ਡਿਊਰਿੰਗ ਦੈਟ ਕਿ ਜਦੋਂ ਲੈਵਲ 4 ਹੈ ਜੋ ਉਹ ਨਿਊਜ਼ੀਲੈਂਡ ਦੇ ਵਿੱਚ ਚੱਲ ਰਿਹਾ ਸੀ, ਤਾਂ ਜਿਹੜੇ ਨਿਊਜ਼ੀਲੈਂਡ ਦੇ ਹੈਲਥ ਮਿਨਿਸਟਰ ਡੇਵਿਡ ਕਲਾਰਕ ਸੀ, ਉਹ ਆਪਣੀ ਫੈਮਿਲੀ ਦੇ ਨਾਲ ਇੱਕ ਬੀਚ ਤੇ ਚਲੇ ਗਏ। ਜੀ, ਤਾਂ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਗਲਤ ਕੀਤਾ, ਔਰ ਲੋਕਡਾਊਨ ਦੇ ਜੋ ਬ੍ਰੇਕਸ ਨੇ ਉਹ ਜੋ ਰੂਲਸ ਨੇ, ਮਾਫ ਕਰਨਾ, ਜੋ
ਲੋਕਡਾਊਨ ਦੇ ਜੋ ਰੂਲਸ ਨੇ ਉਹ ਬ੍ਰੇਕ ਕੀਤੇ ਜੀ। ਨੇ, ਉਹਨਾਂ ਨੇ ਆਪਣੇ ਆਪ ਨੂੰ ਇੱਕ ਸੌਰੀ ਦੇ ਤੌਰ ਤੇ ਉਹਨਾਂ ਨੇ ਜੋ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਜੈਸਿੰਡਾ ਆਰਡਨ ਹੈ ਉਹਨਾਂ ਕੋਲ ਆਪਣਾ ਰੈਜ਼ਿਗਨੇਸ਼ਨ ਦਿੱਤਾ ਔਰ ਉਹਨਾਂ ਤੋਂ ਸੌਰੀ ਵੀ ਫੀਲ ਕੀਤੀ। ਈਵਨ ਕਿ ਅਗਰ ਇੰਗਲਿਸ਼ ਨਿਊਜ਼ਪੇਪਰਾਂ ਦੇ ਅਕੋਰਡਿੰਗ ਤਾਂ ਉਹਨਾਂ ਨੇ ਲਿਖਿਆ ਕਿ ਆਪਣੇ ਆਪ ਨੂੰ ਉਹਨਾਂ ਨੇ ਇਡੀਅਟ ਕਾਲ ਕੀਤਾ ਕਿ ਮੈਂ ਇੱਕ ਬਹੁਤ ਵੱਡਾ ਇਡੀਅਟ ਹਾਂ ਕਿ ਜਿਸ ਨੇ ਲੋਕਡਾਊਨ ਦੇ ਜਿਹੜੇ ਰੂਲ ਹੈ ਉਹ ਬ੍ਰੇਕ ਕੀਤੇ। ਔਰ ਉਹ ਰੈਜ਼ਿਗਨੇਸ਼ਨ ਤੋਂ ਬਾਅਦ ਬਟ ਉਹਨਾਂ ਨੇ ਜੈਸਿੰਡਾ ਆਰਡਨ ਕੋਲੇ ਇਹ ਰਿਕੁਐਸਟ ਵੀ ਕੀਤੀ ਕਿ ਉਹ ਹੈਪੀ ਨੇ ਅਗਰ ਉਹਨਾਂ ਨੂੰ ਇਹਦੇ ਮਿਨਿਸਟਰੀ ਦੇ ਵਿੱਚੋਂ ਬਰਖਾਸਤ ਕੀਤਾ ਜਾਂਦਾ, ਪਰ ਜੋ ਇਸ ਟਾਈਮ ਕਰੰਟ ਸਿਚੁਏਸ਼ਨ ਹੈ ਔਰ ਇੰਨੀ ਜ਼ਿਆਦਾ ਜ਼ਰੂਰਤ ਹੈ ਸਾਨੂੰ ਅੱਛੀ ਮਿਨਿਸਟਰੀ ਦੀ ਔਰ ਅੱਛੀ ਸਟ੍ਰੈਟਜੀ, ਤਾਂ ਉਹ ਉਹਨਾਂ ਨੇ ਰਿਕੁਐਸਟ ਕੀਤੀ ਪ੍ਰਾਈਮ ਮਿਨਿਸਟਰ ਨੂੰ ਕਿ ਉਹਨਾਂ ਨੂੰ ਐਟਲੀਸਟ ਘੱਟੋ ਘੱਟ ਜਿਹੜਾ ਇਸ ਟਾਈਮ ਦੇ ਵਿੱਚ ਹੈ ਉਹ ਜੌਬ ਕਰਨ ਦਾ ਚਾਂਸ ਦਿੱਤਾ ਜਾਵੇ ਜੀ। ਤਾਂ ਉਹਨਾਂ ਦੀ ਇਹ ਸਾਰੀ ਜੋ ਰਿਕੁਐਸਟ ਸੀ ਉਹਨਾਂ ਦਾ ਸਾਰਿਆਂ ਨੇ ਇੱਕ ਤਰੀਕੇ ਦਾ ਕਹਿ ਸਕਦੇ ਹਾਂ ਕਿ ਮਾਫ ਕਰਨਾ ਰਿਸਪੈਕਟ ਕੀਤੀ। ਉਹ ਰਿਸਪੈਕਟ ਨੂੰ ਦਿੰਦਿਆਂ ਹੋਇਆਂ ਬਟ ਬਿਕੋਜ਼ ਉਹਨਾਂ ਨੇ ਸਟਿਲ ਗਲਤੀ ਕੀਤੀ ਸੀ, ਤਾਂ ਇਹੀ ਇੱਕ ਚੀਜ਼ ਹੁੰਦੀ ਹੈ ਕਿ ਪੋਲੀਟੀਸ਼ੀਅਨ ਲਈ ਕਿ ਅਗਰ ਤੁਸੀਂ ਕਿਸੇ ਹੋਰ ਲੋਕਾਂ ਤੇ ਆਮ ਪਬਲਿਕ ਤੇ ਕੋਈ ਚੀਜ਼ ਇੰਪਲੀਮੈਂਟ ਕਰਨੀ ਚਾਹੁੰਦੇ ਹੋ ਤਾਂ ਉਹ ਸਭ ਤੋਂ ਪਹਿਲਾਂ ਇੰਪਲੀਮੈਂਟ ਹੈ ਜਿਹੜੀ ਤੁਹਾਡੇ ਤੇ ਤੁਹਾਡੀ ਫੈਮਿਲੀ ਤੇ ਹੋਣੀ ਚਾਹੀਦੀ ਹੈ। ਔਰ ਇਹ ਖਾਸ ਇਸ ਕਰਕੇ ਸੀ ਕਿਉਂਕਿ ਇਹ ਦੂਸਰੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਜੀ। ਤਾਂ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਡਿਮੋਸ਼ਨ ਦਿੱਤੀ ਹੈ ਔਰ ਉਹਨਾਂ ਨੂੰ ਜੋ ਹੈਲਥ ਮਿਨਿਸਟਰੀ ਤੋਂ ਹਟਾ ਕੇ ਨੀਚੇ ਕੈਬਨਿਟ ਦੀ ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਜੀ ਜੀ ਜੀ। ਰਣਜੀਤ ਜੀ, ਅਗਲਾ ਸਵਾਲ ਮੇਰਾ ਇਹ ਹੈ ਕਿ ਚूंकि ਇਸ ਸਮੇਂ ਜਿਹੜੀਆਂ ਡਿਵੈਲਪ ਕੰਟਰੀਜ਼ ਨੇ ਉਹ ਚूंकि ਲੋਕਡਾਊਨ ਦੇ ਵਿੱਚ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਇਸ ਟਾਈਮ ਕੈਦ ਨੇ ਤੇ ਉਹਨਾਂ ਦੇ ਰੋਜ਼ਗਾਰ ਦੇ ਬੜੇ ਸੰਕਟ ਜਿਹੜੇ ਉਹ ਖੜੇ ਹੋ ਗਏ। ਇੰਡੀਆ ਦੇ ਵਿੱਚ ਵੀ ਇਹੋ ਜਿਹੀ ਸਥਿਤੀ ਪੈਦਾ ਹੋ ਚੁੱਕੀ ਹੈ ਤੇ ਸਰਕਾਰ ਜੋ ਹੈ ਫਾਈਨੈਂਸ਼ੀਅਲੀ ਵੀ ਮਦਦ ਕਰ ਰਹੀ ਹੈ। ਕਿ ਨਿਊਜ਼ੀਲੈਂਡ ਦੇ ਵਿੱਚ ਵੀ ਲੋਕਾਂ ਦੀ ਫਾਈਨੈਂਸ਼ੀਅਲ ਮਦਦ ਕੀਤੀ ਜਾ ਰਹੀ ਹੈ? ਜੀ ਜੀ ਅਨਿਲ ਜੀ, ਦੇਖੋ ਸਰਕਾਰ ਲਈ ਇਹ ਸਭ ਤੋਂ ਫਸਟ ਪ੍ਰਾਇੋਰਟੀ ਹੁੰਦੀ ਹੈ ਕਿਉਂਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਅਸੀਂ ਲੋਕਾਂ ਦੇ ਕੰਮ ਧੰਦੇ ਛੁਡਵਾ ਕੇ ਉਹਨਾਂ ਨੂੰ ਘਰੇ ਬਿਠਾ ਰਹੇ ਹਾਂ ਜੀ। ਤਾਂ ਅਗਰ ਲੋਕ ਕਮਾਈ ਨਹੀਂ ਕਰਨਗੇ ਤਾਂ ਲੋਕ ਆਪਣਾ ਜੋ ਸਰਵਾਈਵ ਕਿਵੇਂ ਕਰਨਗੇ, ਆਪਣੀ ਫੈਮਿਲੀ ਨੂੰ ਫੀਡ ਕਿੱਥੋਂ ਕਰਨਗੇ। ਤਾਂ ਇਸ ਲਈ ਇਹ ਸਰਕਾਰ ਦੀ ਫਸਟ ਪ੍ਰਾਇੋਰਟੀ ਸੀ। ਤਾਂ ਗਵਰਨਮੈਂਟ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਮੈਂਸ਼ਨ ਕੀਤਾ ਕਿ 12.1 ਬਿਲੀਅਨ ਦਾ ਜੋ ਬਜਟ ਪਾਸ ਕੀਤਾ ਤਾਂ ਉਸ ਦੇ ਵਿੱਚ ਅਲੱਗ-ਅਲੱਗ ਕੈਟਾਗਰੀ ਦੇ ਅਕੋਰਡਿੰਗ ਕਿ ਹੈਲਥ ਮਿਨਿਸਟਰੀ ਨੂੰ ਕਿੰਨਾ ਜਾਣਾ ਹੈ ਔਰ ਇੰਪਲੋਈਜ਼ ਨੂੰ ਕਿੰਨਾ ਜਾਣਾ ਹੈ ਔਰ ਜੋ ਇੰਪਲੋਇਰ ਨੇ ਜੋ ਕੰਪਨੀਜ਼ ਨੇ ਉਹਨਾਂ ਨੂੰ ਜਿਹੜੀਆਂ ਕੰਪਨੀਜ਼ ਬੰਦ ਰਹਿਣਗੀਆਂ ਡਿਊਰਿੰਗ ਲੋਕਡਾਊਨ ਉਹਨਾਂ ਨੂੰ ਕਿੰਨਾ ਜਾਣਾ। ਤਾਂ ਨਿਊਜ਼ੀਲੈਂਡ ਗਵਰਨਮੈਂਟ ਨੇ ਪਰ ਪਰਸਨ ਜੋ ਲੋਕ ਜੌਬ ਕਰਦੇ ਸੀ, ਰੈਗੂਲਰ ਜੌਬ ਤੇ ਸੀ ਔਰ ਜਿਨ੍ਹਾਂ ਨੂੰ ਲੋਕਡਾਊਨ ਦਾ ਕਰਕੇ ਜੌਬ ਛੱਡਣੀ ਪਈ, ਉਹਨਾਂ ਨੂੰ $585 ਪਰ ਵੀਕ ਉਹਨਾਂ ਨੂੰ ਸਰਕਾਰ ਨੇ ਦਿੱਤਾ ਤਾਂ ਕਿ ਉਹ ਆਪਣੀ ਫੈਮਿਲੀ ਲਈ ਸਰਵਾਈਵ ਕਰ ਸਕਣ ਤੇ ਆਪਣੀਆਂ ਜਿਹੜੀਆਂ ਘਰੇਲੂ ਚੀਜ਼ਾਂ ਹੈ ਉਹ ਬਾਈ ਕਰ ਸਕਣ। ਔਰ ਗਵਰਨਮੈਂਟ ਨੇ ਇੱਕ ਇਹ ਵੀ ਰਿਕੁਐਸਟ ਕੀਤੀ ਜਿੰਨੇ ਲੈਂਡਲੋਰਡ ਨੇ ਜਾਂ ਜਿਨ੍ਹਾਂ ਦਾ ਕੰਸਰਨ ਹੈ ਕਿ ਉਹ ਵੀਕਲੀ ਲੋਕਾਂ ਤੋਂ ਉਹਨਾਂ ਨੇ ਮਨੀ ਲੈਣੀ ਹੁੰਦੀ ਹੈ, ਚਾਹੇ ਉਹ ਘਰਾਂ ਦੇ ਰੈਂਟ ਹੋਣ, ਚਾਹੇ ਉਹ ਬਿਜਲੀ ਦੇ ਰੈਂਟ ਹੋਣ, ਚਾਹੇ ਪਾਣੀ ਦੇ ਰੈਂਟ ਹੋਣ, ਤਾਂ ਉਹ ਡਿਪਾਰਟਮੈਂਟ ਸਾਰੇ ਡਿਪਾਰਟਮੈਂਟਸ ਨੂੰ ਉਹਨਾਂ ਦੇ ਬਹੁਤ ਜ਼ਿਆਦਾ ਸਖਤ ਨਿਰਦੇਸ਼ ਦਿੱਤੇ ਸਨ ਕਿ ਅਗਰ ਇਹੋ ਜਿਹੀ ਕੋਈ ਵੀ ਸਿਚੁਏਸ਼ਨ ਹੈ ਕਿ ਕੋਈ ਆਦਮੀ ਉਹ ਪੇ ਨਹੀਂ ਕਰ ਸਕਦਾ ਜਾਂ ਉਹ ਵਸਟ ਸਿਚੁਏਸ਼ਨ ਦੇ ਵਿੱਚ ਹੈ ਤਾਂ ਉਸ ਲਈ ਜੋ ਇਹ ਪੇਮੈਂਟ ਹੈ ਉਹ ਪੋਸਟਪੋਨ ਕੀਤੀ ਜਾਊਗੀ ਔਰ ਜਦੋਂ ਵੀ ਹਾਲਾਤ ਠੀਕ ਹੋਣਗੇ ਜਾਂ ਜਦੋਂ ਵੀ ਉਹ ਇਸ ਦੇ ਕਾਬਲ ਹੋਣਗੇ ਕਿ ਉਹ ਆਪਣੀ ਅਮਾਉਂਟ ਪੇ ਕਰ ਸਕਦੇ ਆ ਤਾਂ ਉਹ ਪੇ ਕਰ ਦੇਣਗੇ ਜੀ। ਰਣਜੀਤ ਜੀ, ਅਗਲੇ ਸਵਾਲ ਤੇ ਆਉਂਦੇ ਆ। ਜਿਹੜਾ ਮੌਜੂਦਾ ਟਾਈਮ ਤੇ ਨਿਊਜ਼ੀਲੈਂਡ ਦਾ ਕਿਉਂਕਿ ਫੋਰਨ ਟਰੈਵਲ ਲਗਭਗ ਸਾਰਾ ਬੰਦ ਹੈ ਤੇ ਕੁਝ ਇੰਡੀਅਨਸ ਨੇ ਜਿਹੜੇ ਸਟੂਡੈਂਟਸ ਨੇ ਕਿਉਂਕਿ ਹਰਿਆਣਾ ਸਰਕਾਰ ਨੇ ਬੜਾ ਮੇਜਰ ਲਿਆ, ਪੰਜਾਬ ਸਰਕਾਰ ਵੀ ਇਸ ਬਾਰੇ ਸ਼ਾਇਦ ਸੋਚ ਰਹੀ ਹੈ ਕਿ ਜਿਹੜੇ ਬੱਚੇ ਬਾਹਰ ਵਿਦੇਸ਼ਾਂ ਦੇ ਵਿੱਚ ਇੰਡੀਆ ਦੇ ਸਟੈਂਡਰਡ ਨੇ ਉੱਤੇ ਉਹ ਵਾਪਸ ਇੰਡੀਆ ਆਉਣਾ ਚਾਹੁੰਦੇ, ਉਹਨਾਂ ਲਈ ਇੰਤਜ਼ਾਮ ਕੀਤੇ ਜਾਣ। ਤੁਹਾਨੂੰ ਕੋਈ ਇਹੋ ਜਿਹੀ ਸੂਚਨਾ ਵੀ ਹੈ ਕਿ ਕੁਝ ਇੰਡੀਅਨਸ ਜਿਹੜੇ ਹੈਗੇ ਉੱਥੇ ਉਹਨਾਂ ਨੂੰ ਕੋਈ ਮੁਸ਼ਕਲਾਂ ਆ ਰਹੀਆਂ ਇਸ ਤਰੀਕੇ ਦੀਆਂ ਪੇਸ਼ ਆ ਰਹੀਆਂ ਜਾਂ ਸਰਕਾਰ ਉਹਨਾਂ ਦੀ ਵੀ ਕੇਅਰ ਆਫ ਕਰ ਰਹੀ ਹੈ? ਦੇਖੋ ਅਨਿਲ ਜੀ, ਇਹਦੇ ਵਿੱਚ ਸਭ ਤੋਂ ਜਿਹੜੀ ਮੇਨ ਇੰਪੋਰਟੈਂਟ ਚੀਜ਼ ਹੁੰਦੀ ਹੈ, ਜਿਸ ਤਰ੍ਹਾਂ ਜੌਬ ਦਾ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ ਕਿ ਅਗਰ ਕਿਸੇ ਬੰਦੇ ਕੋਲ ਜੌਬ ਹੈ, ਅਗਰ ਉਹ ਸਟੂਡੈਂਟ ਵੀਜ਼ਾ ਤੇ ਹੈ ਬਟ ਕਿਤੇ ਨਾ ਕਿਤੇ ਉਹ ਆਪਣੇ ਰੁਜ਼ਗਾਰ ਲਈ, ਛੋਟੇ-ਮੋਟੇ ਰੁਜ਼ਗਾਰ ਲਈ ਕਿਤੇ ਨਾ ਕਿਤੇ ਜੌਬ ਕਰਦਾ ਸੀ, ਫੂਡ ਸਪਲਾਈ ਚੇਨ ਦੇ ਵਿੱਚ ਲਾ ਲਓ ਜਾਂ ਸੁਪਰ ਮਾਰਕੀਟ ਦੇ ਵਿੱਚ ਲਾ ਲਓ, ਬਟ ਅੱਜ ਉਹਦੇ ਕੋਲ ਜੌਬ ਨਹੀਂ ਹੈ ਤਾਂ ਗਵਰਨਮੈਂਟ ਉਹਨੂੰ $585 ਪਰ ਵੀਕ ਉਹਨੂੰ ਡਾਲਰ ਪੇ ਕਰ ਰਹੀ ਹੈ।
ਹੁਣ ਨੈਕਸਟ ਚੀਜ਼ ਆਉਂਦੀ ਹੈ ਵੀਜ਼ਾ ਤੇ, ਕਿ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ, ਸਟੂਡੈਂਟ ਨੇ, ਜਿਨ੍ਹਾਂ ਨੇ ਆਪਣੇ ਵੀਜ਼ਾ ਐਕਸਟੈਂਸ਼ਨਸ ਹੈ ਜਿਹੜੀਆਂ ਉਹ ਇਮੀਗ੍ਰੇਸ਼ਨ ਕੋਲੇ ਫਾਈਲ ਲੌਜ ਕੀਤੀਆਂ ਹੋਈਆਂ ਸੀਗੀਆਂ, ਜਾਂ ਇਹਨਾਂ ਦੇ ਵੀਜ਼ੇ ਆ ਜਿਹੜੇ ਉਹ ਐਕਸਪਾਇਰ ਹੋਣ ਵਾਲੇ ਸੀਗੇ। ਬਟ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਵੀ ਇਸ ਸਿਚੁਏਸ਼ਨ ਨੂੰ ਸਮਝਦੇ ਹੋਏ ਸਾਰਿਆਂ ਦੇ ਜੋ ਵੀਜ਼ੇ ਹੈ ਉਹ ਆਟੋਮੈਟਿਕਲੀ ਐਕਸਟੈਂਡ ਕਰ ਦਿੱਤੇ ਗਏ ਨੇ ਸੈਪਟੰਬਰ ਜਾਂ ਅਕਤੂਬਰ ਤੱਕ ਇਸ ਸਾਲ ਦੇ। ਈਵਨ ਕਿ ਜਿਨ੍ਹਾਂ ਦੇ ਪੇਰੈਂਟਸ ਇੱਥੇ ਮਿਲਣ ਆਏ ਸੀ, ਬੱਚਿਆਂ ਕੋਲੇ ਵਿਜ਼ਿਟ ਕਰਨ ਆਏ ਸੀ, ਔਰ ਉਹਨਾਂ ਨੇ ਇਸ ਟਾਈਮ ਦੇ ਵਿੱਚ ਵਾਪਸ ਜਾਣਾ ਸੀ, ਤਾਂ ਉਹਨਾਂ ਦੇ ਵੀਜ਼ੇ ਵੀ ਆਟੋਮੈਟਿਕਲੀ ਉਹਨਾਂ ਨੇ ਐਕਸਟੈਂਡ ਕਰ ਦਿੱਤੇ ਗਏ ਨੇ। ਤਾਂ ਜਦੋਂ ਵੀ ਮਾਹੌਲ ਠੀਕ ਹੋਏਗਾ, ਜਦੋਂ ਵੀ ਬਾਰਡਰ ਖੁੱਲ੍ਹੇਗਾ, ਤਾਂ ਉਹ ਆਪਣੀ ਕੰਟਰੀ ਦੇ ਵਿੱਚ ਵਾਪਸ ਜਾ ਸਕਦੇ ਆ। ਫਿਲਹਾਲ ਕੋਈ ਇਹੋ ਜਿਹੀ ਨਿਊਜ਼ ਨਹੀਂ ਹੈ ਇੱਥੇ ਕਿ ਸਟੂਡੈਂਟ ਬਹੁਤ ਜ਼ਿਆਦਾ ਮੁਸ਼ਕਿਲ ਦੇ ਵਿੱਚ ਹੋਣ ਜਾਂ ਫਸੇ ਹੋਣ ਅਤੇ ਉਹਨਾਂ ਨੂੰ ਇੱਥੋਂ ਰੈਸਕਿਊ ਕਰਨ ਦੀ ਜ਼ਰੂਰਤ ਪੜੇ। ਰਣਜੀਤ ਜੀ, ਅਗਲਾ ਕੁਐਸਚਨ ਮੇਰਾ ਇਹ ਹੈ ਕਿ ਇੰਡੀਆ ਦੇ ਵਿੱਚ ਲਾਕਡਾਊਨ ਜਿਹੜਾ ਹੈ ਉਹ ਸੈਕੰਡ ਲਾਕਡਾਊਨ ਖਤਮ ਹੋਣ ਜਾ ਰਿਹਾ 3 ਤਰੀਕ ਨੂੰ, 3 ਮਈ ਨੂੰ ਉਹਦਾ ਜਿਹੜਾ ਹੈ ਸਮਾਪਨ ਹੋਣ ਜਾ ਰਿਹਾ। ਹੋ ਸਕਦਾ ਹੈ ਸ਼ਾਇਦ ਗਵਰਨਮੈਂਟ ਇਹਨੂੰ ਅੱਗੇ ਵਧਾਏ ਪੂਰੇ ਦੇਸ਼ ਦੀ ਸਥਿਤੀ ਨੂੰ ਦੇਖਦੇ ਹੋਏ। ਲੇਕਿਨ ਕਿਵੇਂ ਅਗਰ ਆਪਾਂ ਦੇਖੀਏ ਨਿਊਜ਼ੀਲੈਂਡ ਦੇ ਵਿੱਚ ਵੀ ਸਥਿਤੀ ਇਦਾਂ ਦੀ ਹੈ, ਕਿੰਨੇ ਲਾਕਡਾਊਨ ਉੱਥੇ ਹੋ ਚੁੱਕੇ ਆ, ਕਿਆ ਮਤਲਬ ਟੋਟਲ ਜਿਹੜੀ ਲਾਕਡਾਊਨ ਦੀ ਕਿੰਨੀ ਕੁ ਗਿਣਤੀ ਉੱਥੇ ਹੋ ਚੁੱਕੀ ਹੈ, ਇਸ ਬਾਰੇ ਵੀ ਦੱਸੋ ਸਾਨੂੰ। ਅਨਿਲ ਜੀ, ਜਿਹੜੀ ਲਾਕਡਾਊਨ ਦੀ ਸਟ੍ਰੈਟਜੀ ਜੋ ਨਿਊਜ਼ੀਲੈਂਡ ਨੇ ਬਣਾਈ ਸੀ, ਉਹ ਉਸ ਨੂੰ ਪਾਰਟਸ ਦੇ ਵਿੱਚ ਇਸ ਲਈ ਡਿਵਾਈਡ ਕੀਤਾ ਸੀ ਤਾਂ ਕਿ ਉਹ ਰਿਸਕ ਨੂੰ ਐਨਾਲਾਈਜ਼ ਕਰ ਸਕਣ ਕਿ ਰਿਸਕ ਦੀ ਵੋਲੀਅਮ ਕਿੰਨੀ ਹੈ। ਅਗਰ ਸਟਾਰਟਿੰਗ ਦੇ ਵਿੱਚ ਜਿਸ ਤਰ੍ਹਾਂ ਪੇਸ਼ੈਂਟ ਹੈ ਜਿਹੜੇ ਉਹ ਵਧਣੇ ਸ਼ੁਰੂ ਹੋਏ, ਕੰਟੈਕਟ ਲੋਕਾਂ ਦਾ ਵਧਣਾ ਸ਼ੁਰੂ ਹੋਇਆ, ਤਾਂ ਨਿਊਜ਼ੀਲੈਂਡ ਗਵਰਨਮੈਂਟ ਨੇ 72 ਘੰਟਿਆਂ ਦੀ ਮੁਹੱਲਤ ਦਿੱਤੀ ਸਾਰਿਆਂ ਨੂੰ ਕਿ ਜੋ ਵੀ ਆਊਟ ਆਫ ਨਿਊਜ਼ੀਲੈਂਡ ਨੇ ਔਰ ਉਹ ਨਿਊਜ਼ੀਲੈਂਡ ਆਉਣਾ ਚਾਹੁੰਦੇ ਨੇ, ਵਾਪਸ ਆਪਣੇ ਘਰੇ ਆਉਣਾ ਚਾਹੁੰਦੇ ਨੇ, ਜਾਂ ਨਿਊਜ਼ੀਲੈਂਡ ਦੇ ਸਿਟੀਜ਼ਨ ਨੇ ਜਾਂ PR ਨੇ, ਤਾਂ ਉਹ ਵਾਪਸ ਆ ਸਕਦੇ ਆ। ਤਾਂ ਵਿਦਿਨ 72 ਆਵਰਸ ਹੈ ਜੋ ਉਹ ਬਾਰਡਰ ਹੈ ਜਿਹੜਾ ਉਹ ਕਲੋਜ਼ ਹੋ ਜਾਣਾ ਹੈ। ਤਾਂ ਉਸ ਟਾਈਮ 'ਤੇ ਅਸੀਂ ਲੈਵਲ 3 'ਤੇ ਸੀ, ਔਰ ਲੈਵਲ 4 ਦਾ ਮਤਲਬ ਇਹ ਸੀ ਕਿ ਜਦੋਂ ਬਾਰਡਰ ਬੰਦ ਹੋ ਗਿਆ, ਨਿਊਜ਼ੀਲੈਂਡ ਪੂਰਾ ਇੱਕ ਤਰੀਕੇ ਦਾ ਲੋਕਡਾਊਨ ਹੋਊਗਾ, ਸਿਰਫ ਐਸੈਂਸ਼ੀਅਲ ਜਿਹੜੇ ਵਰਕਰ ਹੈਗੇ ਆ ਉਹ ਹੀ ਕੰਮ ਕਰ ਸਕਣਗੇ। ਤਾਂ ਹੁਣ ਲੈਵਲ 4 ਜਦੋਂ ਅਸੀਂ ਪੂਰਾ 1 ਮੰਥ ਅਸੀਂ ਆਲਮੋਸਟ ਉਹ ਲੈਵਲ 4 ਦੇ ਵਿੱਚ ਚਲੇ ਗਏ, ਤਾਂ ਕੇਸਿਸ ਜਿਹੜੇ ਸੀ ਉਹ ਬਹੁਤ ਜ਼ਿਆਦਾ ਡਾਊਨ ਹੋ ਗਏ। ਤਾਂ ਹੁਣ ਨਿਊਜ਼ੀਲੈਂਡ ਕੀ ਹੈ ਕਿ ਨਿਊਜ਼ੀਲੈਂਡ ਉਸ ਤੋਂ ਵਾਪਸ ਆ ਰਿਹਾ ਹੈ। ਤਾਂ ਹੁਣ ਅਸੀਂ ਕਰੰਟ ਸਿਚੁਏਸ਼ਨ ਦੇ ਵਿੱਚ ਲੈਵਲ 3 ਦੇ ਵਿੱਚ ਆ। ਤਾਂ ਲੈਵਲ 3 ਕੀ ਕਹਿ ਰਿਹਾ, ਲੈਵਲ 3 ਦੀ ਜੋ ਗਾਈਡਲਾਈਨ ਹੈ ਉਹ ਇਹ ਹੈ ਕਿ ਤੁਸੀਂ ਬਿਜ਼ਨਸ ਓਪਨ ਕਰ ਸਕਦੇ ਹੋ, ਬਟ ਉਹ ਕੰਟੈਕਟਲੈਸ ਹੋਣਾ ਚਾਹੀਦਾ, ਤੁਹਾਡਾ ਕਿਸੇ ਦੇ ਨਾਲ ਕੰਟੈਕਟ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਤੁਹਾਨੂੰ ਕੱਲ ਸ਼ਾਇਦ ਜੀਵਨ ਨੇ ਕੈਨੇਡਾ ਤੋਂ ਦੱਸਿਆ ਸੀ ਕਿ ਜਿੰਨੀਆਂ ਵੀ ਸੁਪਰ ਮਾਰਕੀਟ ਨੇ ਜਾਂ ਜਿੰਨੇ ਵੀ ਕੋਈ ਇਹੋ ਜਿਹੇ ਨੇ ਜਿੱਥੇ ਪਬਲਿਕ ਜਾਣਾ ਚਾਹੁੰਦੀ ਹੈ ਜਾਂ ਉਹਨਾਂ ਨੇ ਕੋਈ ਸਮਾਨ ਬਾਏ ਕਰਨਾ, ਤਾਂ ਉਹਨਾਂ ਲਈ ਸਪੈਸ਼ਲ ਜੋ ਗਾਈਡਲਾਈਨ ਤਿਆਰ ਕੀਤੀ ਗਈ ਹੈ, ਬਾਹਰ ਸਾਰੀਆਂ ਇੰਸਟਰਕਸ਼ਨਸ ਲਿਖੀਆਂ ਹੋਈਆਂ ਨੇ, ਉਹਨਾਂ ਨੂੰ ਹਰੇਕ ਸੇਫਟੀ ਗੇਅਰਸ ਪਾਉਣ ਦੇ ਜੋ ਉਹਨਾਂ ਨੂੰ ਸਲਾਹ ਦਿੱਤੀ ਗਈ ਹੈ, ਔਰ ਉਹਨਾਂ ਲਈ ਸਪੈਸ਼ਲ ਮਾਰਕਿੰਗ ਕੀਤੀ ਗਈ ਹੈ ਕਿ ਜੋ ਸੋਸ਼ਲ ਡਿਸਟੈਂਸ ਹੈ ਉਹ ਰੂਲ ਨੂੰ ਫੋਲੋ ਕਰਨ। ਤਾਂ ਫਿਲਹਾਲ ਅਸੀਂ ਹਜੇ ਸਟੇਜ 3 ਦੇ ਵਿੱਚ ਹਾਂ, ਬਟ ਹੋਪਫੁਲੀ ਫਿੰਗਰ ਕ੍ਰੋਸ ਕਿ ਕੇਸ ਅਗਰ ਇਸੇ ਤਰ੍ਹਾਂ ਹੀ ਘਟਦੇ ਰਹੇ ਤਾਂ ਨਿਊਜ਼ੀਲੈਂਡ ਆ ਉਹ ਦੁਬਾਰਾ ਫਿਰ ਟਰੈਕ ਤੇ ਬਹੁਤ ਜਲਦੀ ਆ ਸਕਦਾ ਹੈ। ਜੀ, ਆਖਰੀ ਸਵਾਲ ਰਣਜੀਤ ਸਿੰਘ ਜੀ ਇਹ ਹੈ ਕਿ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ, ਖਾਸ ਤੌਰ ਤੇ ਡੇਰਾ ਸੱਚਾ ਸੌਦਾ ਜਿਹੜੀ ਹੈ ਆਰਗੇਨਾਈਜੇਸ਼ਨ, ਇਹ ਕੰਪਲੀਟਲੀ ਡੈਡੀਕੇਟਿਡ ਹੋ ਗਈ ਹੈ, ਲੋਕਾਂ ਦੀ ਸੇਵਾ ਕਰ ਰਹੀ ਹੈ, ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ, ਬਲੱਡ ਡੋਨੇਸ਼ਨ ਹੋ ਰਿਹਾ, ਤੇ ਸਰਕਾਰਾਂ ਦੀ ਮਦਦ ਹੋ ਰਹੀ ਹੈ, ਸੈਨੀਟਾਈਜੇਸ਼ਨ ਦੇ ਵਿੱਚ ਹੈਲਪ ਹੋ ਰਹੀ ਹੈ। ਕਿ ਨਿਊਜ਼ੀਲੈਂਡ ਦੇ ਵਿੱਚ ਵੀ ਇਦਾਂ ਦੀਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ, ਲੋਕਾਂ ਦੀ ਮਦਦ ਹੋ ਰਹੀ ਹੈ, ਸਰਕਾਰਾਂ ਦੀ ਹੈਲਪ ਹੋ ਰਹੀ ਹੈ? ਅਨਿਲ ਜੀ, ਦੇਖੋ ਫੋਰਨ ਕੰਟਰੀਜ਼ ਦੇ ਵਿੱਚ ਆਪਾਂ ਨੂੰ ਇਹ ਚੀਜ਼ ਆਮ ਇੰਡੀਆ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਕਾਈਂਡ ਹੁੰਦੇ ਨੇ, ਇੱਕ ਦੂਸਰੇ ਦੇ ਬਾਰੇ ਉਹਨਾਂ ਨੂੰ ਰਿਸਪੌਂਸਿਬਿਲਟੀ ਦਾ ਔਰ ਜ਼ਰੂਰਤ ਵੇਲੇ ਕੰਮ ਆਉਣ ਦਾ ਜਿਹੜਾ ਉਹਨਾਂ ਨੂੰ ਇਹ ਸਿੱਖਿਆ ਜਿਹੜੀ ਉਹ ਉਹਨਾਂ ਦੇ ਪੇਰੈਂਟਸ ਤੋਂ ਲਗਾ ਲਓ, ਚਾਹੇ ਉਹਨਾਂ ਦੇ ਕਲਚਰ ਦੇ ਵਿੱਚ ਹੁੰਦੀ ਹੈ। ਇੱਥੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਕਾਫੀ ਵੱਡੇ ਫਾਰਮ ਨੇ, ਉਹ ਸਬਜ਼ੀਆਂ ਵਗੈਰਾ ਬੀਜਦੇ ਨੇ ਜਾਂ ਕੋਈ ਫਰੂਟ ਵਗੈਰਾ ਉਹ ਬੀਜਦੇ ਨੇ, ਤਾਂ ਉਹ ਜਿਸ ਵੀ ਤਰੀਕੇ ਦੀ ਉਹ ਲੋਕਾਂ ਦੀ ਹੈਲਪ ਕਰ ਸਕਦੇ ਨੇ ਉਹ ਕਰ ਰਹੇ ਨੇ। ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਨੇ ਜੋ ਕਹਿ ਰਹੇ ਨੇ ਕਿ ਠੀਕ ਹੈ, ਅਗਰ ਤੁਸੀਂ ਘਰੇ ਗਰੋਸਰੀ ਲਈ ਸਟਕ ਹੋ ਗਏ, ਤੁਸੀਂ ਬਾਹਰ ਨਹੀਂ ਜਾ ਸਕਦੇ ਆਪਣੇ ਬੱਚਿਆਂ ਨੂੰ ਛੱਡ ਕੇ, ਤਾਂ ਸਾਨੂੰ ਕਾਲ ਕਰੋ, ਅਸੀਂ ਗਰੋਸਰੀ ਲੈ ਕੇ ਆ ਜਾਵਾਂਗੇ। ਜਿਸ ਤਰ੍ਹਾਂ ਤੁਸੀਂ ਡੇਰਾ ਸੱਚਾ ਸੌਦਾ ਦੀ ਗੱਲ ਕੀਤੀ ਹੈ, ਤਾਂ ਡੇਰਾ ਸੱਚਾ ਸੌਦਾ ਦੀ ਜੋ ਸ਼ਾਸਤ ਨਾਮ ਦੀ ਗ੍ਰੀਨੈਸ ਵੈਲਫੇਅਰ ਫੋਰਸ ਹੈ, ਉਹ ਕੰਟੀਨਿਊ ਇੱਥੇ ਬਲੱਡ ਡੋਨੇਟ ਕਰ ਰਹੀ ਹੈ ਕਿਉਂਕਿ ਬਲੱਡ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਗਈ ਹੈ, ਔਰ ਪਲਾਜ਼ਮਾ ਡੋਨੇਟ ਕਰ ਰਹੀ ਹੈ। ਔਰ ਉਹਨਾਂ ਨੇ ਆਪਣੇ ਵੱਲੋਂ ਇੱਥੇ ਸੋਸ਼ਲ
ਸਾਈਟਾਂ ਤੇ ਵੀ ਇਹ ਮੈਸੇਜ ਛੱਡਿਆ ਕਿ ਅਗਰ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ, ਅਗਰ ਕਿਸੇ ਵੀ ਚੀਜ਼ ਦੀ ਤੁਹਾਨੂੰ ਹੈਲਪ ਨੀਡ ਹੈ, ਤਾਂ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਤੇ ਉਹ ਤੁਹਾਡੀ ਉਹ ਨੀਡ ਹੈ ਜਿਹੜੀ ਉਹ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਜੀ ਰਣਜੀਤ ਜੀ, ਜਾਂਦੇ ਜਾਂਦੇ ਇੱਕ ਸਵਾਲ ਦਾ ਜਵਾਬ ਹੋਰ ਮੈਂ ਚਾਹੂੰਗਾ ਕਿ ਤੁਸੀਂ ਦਿਓ, ਕਿਉਂਕਿ ਤੁਸੀਂ ਇੱਕ ਇਹੋ ਜਿਹੇ ਦੇਸ਼ 'ਚ ਬੈਠੇ ਹੋ ਜਿੱਥੇ ਜ਼ਿਆਦਾ ਸਿਵਲਾਈਜੇਸ਼ਨ ਹੈ, ਲੋਕ ਜ਼ਿਆਦਾ ਪੜ੍ਹੇ ਲਿਖੇ ਹੈ, ਤੇ ਲੋਕ ਜਿਹੜੇ ਹੈ ਉਹ ਅਵੇਅਰ ਜ਼ਿਆਦਾ ਮੰਨਿਆ ਜਾਂਦਾ ਹੈ। ਜਿੱਦਾਂ ਲੋਕਡਾਊਨ ਦੀ ਜਿਹੜੀ ਸਥਿਤੀ ਇੰਡੀਆ 'ਚ ਬਣੀ ਤੇ ਸਰਕਾਰ ਨੇ ਜਦੋਂ ਲੋਕਡਾਊਨ ਘੋਸ਼ਿਤ ਕੀਤਾ, ਤੇ ਉਸ ਤੋਂ ਬਾਅਦ ਲੋਕਾਂ ਨੂੰ ਘਰੇ ਰਹਿਣ ਵਾਸਤੇ, ਘਰੇ ਲੋਕਾਂ ਨੂੰ ਰੱਖਣ ਵਾਸਤੇ ਸਰਕਾਰ ਨੂੰ ਥੋੜਾ ਫੋਰਸ ਵੀ ਯੂਜ਼ ਕਰਨਾ ਪਿਆ, ਪੁਲਿਸ ਨੂੰ ਡੰਡਾ ਵੀ ਚਲਾਉਣਾ ਪਿਆ। ਤੁਸੀਂ ਦੇਖਿਆ ਹੋਣਾ ਪੂਰੇ ਵਰਲਡ ਦੇ ਵਿੱਚ ਇੰਡੀਆ ਦੀ ਪੁਲਿਸ ਦੀ ਜਿਹੜੀ ਹੈ ਵੀਡੀਓਜ਼ ਉਹ ਵਾਇਰਲ ਹੋਈਆਂ ਨੇ, ਤੇ ਇੰਡੀਆ ਦੀ ਪੁਲਿਸ ਤੇ ਹਮਲੇ ਵੀ ਵਾਇਰਲ ਹੋਏ ਨੇ। ਤੇ ਇਹਦੇ ਨਾਲ ਹੀ ਜੁੜਦਾ ਇੱਕ ਹੋਰ ਛੋਟਾ ਜਿਹਾ ਸਵਾਲ ਇਹ ਕਿ ਤੁਸੀਂ ਇਹ ਮੰਨਦੇ ਹੋ ਕਿ ਜਿਸ ਤਰੀਕੇ ਦੇ ਨਾਲ ਅੱਜ ਅਸੀਂ ਜਿਹੜੀ ਥਾਂ ਤੇ ਖੜੇ ਆ, ਉੱਥੇ ਹਰ ਚੀਜ਼ ਵਾਸਤੇ ਅਸੀਂ ਸਰਕਾਰ ਨੂੰ ਹੀ ਜ਼ਿੰਮੇਦਾਰ ਮੰਨੀਏ, ਤੇ ਜੇ ਕੁਝ ਠੀਕ ਹੁੰਦਾ ਤਾਂ ਸਾਰਾ ਕ੍ਰੈਡਿਟ ਸਰਕਾਰ ਦਾ, ਜੇ ਕੁਝ ਗਲਤ ਹੋ ਰਿਹਾ ਜਾਂ ਕਿਤੇ ਜ਼ਰੂਰਤ ਹੈ ਸੁਧਾਰ ਕਰਨ ਦੀ, ਤਾਂ ਵੀ ਗਲਤੀ ਜਿਹੜੀ ਉਹ ਸਰਕਾਰ ਦੀ? ਦੇਖੋ ਅਨਿਲ ਜੀ, ਇੱਕ ਜੋ ਐਜੂਕੇਟਡ ਕੰਟਰੀ ਤੇ ਐਜੂਕੇਟਡ ਲੋਕਾਂ ਦਾ ਇਹੀ ਫਰਕ ਹੁੰਦਾ। ਅਸੀਂ ਹਮੇਸ਼ਾ ਬਾਹਰਲੀਆਂ ਕੰਟਰੀਆਂ ਨੂੰ ਹੀ ਪ੍ਰੈਫਰ ਕਰਦੇ ਹਾਂ। ਸਾਡੇ ਨੌਜਵਾਨ, ਸਾਡੇ ਬੱਚੇ ਬੱਚੀਆਂ ਹਮੇਸ਼ਾ ਬਾਹਰਲੀਆਂ ਕੰਟਰੀਆਂ ਨੂੰ ਇਸੇ ਕਰਕੇ ਹੀ ਪ੍ਰੈਫਰ ਕਰਦੀਆਂ ਕਿਉਂਕਿ ਉਹ ਉਹਨਾਂ ਦੇ ਸਿਸਟਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਆ। ਔਰ ਸਿਸਟਮ ਕੀ ਕਹਿੰਦਾ ਹੈ? ਸਿਸਟਮ ਇਹ ਕਹਿੰਦਾ ਹੈ ਕਿ ਅਗਰ ਤੁਸੀਂ ਪੋਲੀਟੀਸ਼ੀਅਨ ਹੋ, ਅਗਰ ਤੁਸੀਂ ਪ੍ਰਾਈਮ ਮਿਨਿਸਟਰ ਹੋ, ਅਗਰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੀ ਕੋਈ ਦੇਸ਼ ਦੇ ਬਾਰੇ ਰਿਸਪੌਂਸਿਬਿਲਟੀ ਬਣਦੀ ਹੈ, ਤਾਂ ਤੁਹਾਡੀ ਫਸਟ ਪ੍ਰਾਇੋਰਟੀ ਬਣਦੀ ਹੈ ਕਿ ਤੁਸੀਂ ਆਪਣੀ ਰਿਸਪੌਂਸਿਬਿਲਟੀ ਨੂੰ ਇਮਾਨਦਾਰੀ ਦੇ ਨਾਲ ਪੂਰਾ ਕਰੋ। ਔਰ ਇਹ ਗੱਲ ਜੋ ਹੈ ਇਹ ਕਿਤੇ ਨਾ ਕਿਤੇ ਲੋਕਾਂ ਤੇ ਵੀ ਆਉਂਦੀ ਹੈ। ਇਹ ਆਪਾਂ ਨਹੀਂ ਕਹਿ ਸਕਦੇ ਕਿ ਤੁਸੀਂ ਕਿਸੇ ਵੀ ਚੀਜ਼ ਦਾ ਬਲੇਮ ਹੈ ਜੋ ਉਹ ਸਰਕਾਰ ਤੇ ਸਿੱਟਦਾ। ਦੇਖੋ ਹੁਣ ਕਰੋਨਾ ਜੋ ਬਿਮਾਰੀ ਹੈ, ਇਸ ਦੇ ਵਿੱਚ ਸਰਕਾਰ ਦਾ ਕੋਈ ਇਹ ਨਹੀਂ ਹੈ ਕਿ ਸਰਕਾਰ ਉਸ ਚੀਜ਼ ਨੂੰ ਵਧਾਉਣਾ ਚਾਹੁੰਦੀ ਹੈ ਜਾਂ ਸਰਕਾਰ ਉਸ ਚੀਜ਼ ਨੂੰ ਦਬਾਉਣਾ ਚਾਹੁੰਦੀ ਹੈ, ਜਾਂ ਇੱਕ ਓਪੋਜੀਸ਼ਨ ਪਾਰਟੀ ਹੈ ਜਿਹੜੀ ਉਹ ਇਸ ਤੇ ਰਾਜਨੀਤੀ ਕਰਨਾ ਚਾਹੁੰਦੀ ਹੈ। ਇਹ ਸਾਰੀਆਂ ਗੱਲਾਂ ਤੋਂ ਦੂਰ ਦੀ ਇਹ ਜੋ ਅੱਜ ਦਾ ਟਾਈਮ ਚੱਲ ਰਿਹਾ ਉਹ ਇਹਨਾਂ ਗੱਲਾਂ ਤੋਂ ਬਹੁਤ ਅਲੱਗ ਹੈ, ਹਟ ਕੇ ਹੈ। ਲੋਕਾਂ ਦੀ ਉੱਥੇ ਇਹ ਰਿਸਪੌਂਸਿਬਿਲਟੀ ਬਣਦੀ ਹੈ ਕਿ ਸਭ ਤੋਂ ਪਹਿਲਾਂ ਉਹ ਆਪਣੀ ਲਾਈਫ ਦੀ ਕੇਅਰ ਕਰਨ, ਆਪਣੀ ਫੈਮਿਲੀ ਦੀ ਕੇਅਰ ਕਰਨ, ਔਰ ਫਿਰ ਉਹ ਦੂਸਰਿਆਂ ਦੀ ਕੇਅਰ ਕਰਨ। ਅਗਰ ਸਾਡੇ ਜ਼ਿਹਨ ਦੇ ਵਿੱਚ ਇੰਨੀ ਕੁ ਗੱਲ ਅਸੀਂ ਬਿਠਾ ਲੈਂਦੇ ਹਾਂ ਕਿ ਅਸੀਂ ਖੁਦ ਵੀ ਸੇਫ ਰਹਿਣਾ ਹੈ ਔਰ ਅਸੀਂ ਹੋਰ ਲੋਕਾਂ ਨੂੰ ਵੀ ਸੇਫ ਰੱਖਣਾ ਹੈ, ਤਾਂ ਤੁਸੀਂ ਸਰਕਾਰ ਨੂੰ ਕਦੇ ਵੀ ਬਲੇਮ ਨਹੀਂ ਕਰੋਗੇ। ਦੇਖੋ ਕੋਈ ਵੀ ਕੰਟਰੀ ਹੈ ਪੂਰੇ ਇੰਡੀਆ ਦੀ ਦੁਨੀਆ ਦੇ ਵਿੱਚ, ਅਗਰ ਆਪਾਂ ਕਹੀਏ ਕਿ ਅਮਰੀਕਾ ਨੂੰ ਹੁਣ ਤੱਕ ਪੂਰਾ ਇਹ ਮੰਨਿਆ ਜਾਂਦਾ ਕਿ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਹੈ ਜਾਂ ਕਿਸੇ ਵੀ ਤਰੀਕੇ ਦੇ ਨਾਲ ਅਮਰੀਕਾ ਨੂੰ ਕੋਈ ਬੀਟ ਨਹੀਂ ਕਰ ਸਕਦਾ। ਬਟ ਅਮਰੀਕਾ ਦੀ ਤੁਸੀਂ ਡੈਥ ਰੇਸ਼ੋ ਦੇਖੋ, ਕੀ ਉਹਨਾਂ ਕੋਲੇ ਟੈਕਨੋਲੋਜੀ ਨਹੀਂ, ਕੀ ਉਹਨਾਂ ਕੋਲੇ ਅੱਛੀ ਸਟ੍ਰੈਟਜੀ ਨਹੀਂ, ਕੀ ਉੱਥੇ ਪੋਲੀਟੀਸ਼ੀਅਨ ਨਹੀਂ ਹੈ? ਉੱਥੇ ਸਭ ਚੀਜ਼ਾਂ ਹੈਗੀਆਂ। ਪਰ ਜਦੋਂ ਅਸੀਂ ਇਹੋ ਜਿਹੀ ਸਿਚੁਏਸ਼ਨ 'ਚ ਆ ਜਾਂਦੇ ਹਾਂ ਨਾ, ਉਦੋਂ ਸਰਕਾਰਾਂ, ਰਿਸੋਰਸਿਸ ਤੇ ਤੁਹਾਡੀਆਂ ਜਿਹੜੀਆਂ ਟੈਕਨੋਲੋਜੀ ਹੈ ਜਿਹੜੀ ਉਹ ਤੁਹਾਡੇ ਤੇ ਇੰਨਾ ਕੰਮ ਨਹੀਂ ਕਰਦੀ, ਤਾਂ ਉਸ ਟਾਈਮ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਤੁਸੀਂ ਉਹ ਖਤਰੇ ਨੂੰ, ਉਸ ਦਾ ਤੁਹਾਨੂੰ ਅਨੁਮਾਨ ਹੋਵੇ ਖਤਰੇ ਦਾ ਕਿ ਇਹ ਖਤਰਾ ਕਿੱਡਾ ਵੱਡਾ ਹੈ, ਔਰ ਤੁਸੀਂ ਹਰ ਕੋਸ਼ਿਸ਼ ਕਰੋ ਕਿ ਅਸੀਂ ਇਸ ਖਤਰੇ ਤੋਂ ਖੁਦ ਕਿਵੇਂ ਦੂਰ ਰਹਿਣਾ ਤੇ ਅਸੀਂ ਦੂਸਰਿਆਂ ਨੂੰ ਕਿਵੇਂ ਰੱਖਣਾ। ਇਸ ਕਰੋਨਾ ਦੇ ਵਿੱਚ ਜੋ ਸਭ ਤੋਂ ਅਹਿਮ ਕੜੀ ਹੈ ਉਹ ਹੈ ਸੋਸ਼ਲ ਡਿਸਟੈਂਸ, ਸਭ ਤੋਂ ਜੋ ਮੇਨ ਇੰਪੋਰਟੈਂਟ ਰੋਲ ਹੈ। ਹੁਣ ਦੇਖੋ ਇਹਦੇ 'ਚ ਕੋਈ ਪੜ੍ਹਾਈ ਲਿਖਾਈ ਨਹੀਂ ਚਾਹੀਦੀ, ਇਹਦੇ 'ਚ ਕੋਈ ਟੈਕਨੀਕਲ ਕੰਮ ਨਹੀਂ ਹੈ, ਇਹਦੇ 'ਚ ਸਿਰਫ ਇੱਕ ਸਮਝ ਦੀ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਜੋ ਸੋਸ਼ਲ ਡਿਸਟੈਂਸ ਦੇ ਵਿੱਚ ਹੈ ਅਸੀਂ ਇੱਕ ਦੂਸਰੇ ਨੂੰ ਕੰਟੈਕਟਲੈਸ ਰੱਖਣਾ ਹੈ। ਹੁਣ ਅਗਰ ਸਾਰੇ ਲੋਕ ਹੈ ਜੋ ਦੇਸ਼ ਦੇ ਉਹ ਇਹੀ ਚੀਜ਼ਾਂ ਫੋਲੋ ਕਰਨ ਲੱਗ ਜਾਣ ਤਾਂ ਇਹ ਰਿਸਕ ਹੈ ਜਿਹੜਾ ਉਹ ਬਹੁਤ ਹੱਦ ਤੱਕ ਘਟ ਸਕਦਾ ਹੈ। ਦੂਸਰਾ ਸਵਾਲ ਜਿਹੜਾ ਤੁਸੀਂ ਕੀਤਾ ਕਿ ਲੋਕਾਂ ਨੂੰ ਫੋਰਸ ਕਰਨਾ ਪਿਆ ਲੋਕਡਾਊਨ ਲਈ ਜਾਂ ਇੰਡੀਆ ਦੇ ਵਿੱਚ, ਇੱਥੇ ਵੀ ਕਾਫੀ ਨਿਊਜ਼ ਚੱਲੀਆਂ। ਦੇਖੋ ਨੀਰਜ ਜੀ, ਗੱਲ ਸਾਰੀ ਉੱਥੇ ਹੀ ਆ ਜਾਂਦੀ ਹੈ ਕਿ ਸਰਕਾਰ ਨੂੰ ਧੱਕਾ ਕਰਨਾ ਜਾਂ ਸਰਕਾਰ ਨੂੰ ਇਹੋ ਜਿਹੇ ਮਾਹੌਲ ਦੇ ਵਿੱਚ ਲਾਠੀ ਚੱਕਣ ਦੀ ਨੌਬਤ ਤਾਂ ਪੈਂਦੀ ਹੈ ਜਦੋਂ ਉਸਨੂੰ ਆਪਣੇ ਮੁਲਕ ਦੇ ਲੋਕਾਂ ਦਾ ਫਿਕਰ ਹੁੰਦਾ ਹੈ। ਜੀ ਠੀਕ। ਹੁਣ ਅਗਰ ਸਰਕਾਰ ਨੇ ਦੇਖੋ ਜੋ ਖਾਮੀਆਂ ਵੀ ਇਹੋ ਜਿਹੀ ਗੱਲ ਨਹੀਂ ਕਿ ਸਾਰੀਆਂ ਲੋਕਾਂ ਦੀਆਂ ਗਲਤੀਆਂ, ਸਰਕਾਰ ਦੀਆਂ ਖਾਮੀਆਂ ਵੀ ਕਿਤੇ ਨਾ ਕਿਤੇ ਹੁੰਦੀਆਂ ਕਿ ਜਿਸ ਤਰ੍ਹਾਂ ਹੁਣ ਇੰਡੀਆ ਦੇ ਵਿੱਚ, ਇੰਡੀਆ ਦੀ ਇਹ ਨਿਊਜ਼ ਹੈ ਜਿਹੜੀ ਉਹ ਤਕਰੀਬਨ ਇੰਟਰਨੈਸ਼ਨਲ ਮੀਡੀਆ ਨੇ ਵੀ ਚੱਕੀ ਕਿ ਜੋ ਉੱਥੋਂ ਦੇ ਮਜ਼ਦੂਰ ਸੀ ਜੋ ਆਪਣੀਆਂ ਬਾਹਰਲੀਆਂ ਸਟੇਟਾਂ ਤੋਂ, ਅਲੱਗ-ਅਲੱਗ ਸਟੇਟਾਂ ਦੇ ਵਿੱਚ ਕੰਮ ਕਰਨ ਆਏ ਸੀ, ਤਾਂ ਉਹਨਾਂ ਨੂੰ
ਜੋ ਸਹੀ ਸਮਾਂ ਨਹੀਂ ਦਿੱਤਾ ਗਿਆ ਕਿ ਉਹ ਆਪਣੇ ਘਰੇ ਜਾ ਸਕਣ ਜਾਂ ਉਹ ਆਪਣਾ ਸੌਟ ਆਊਟ ਕਰ ਸਕਣ ਕਿ ਉਹਨਾਂ ਨੇ ਵਾਪਸ ਘਰੇ ਕਿਵੇਂ ਜਾਣਾ ਹੈ। ਤਾਂ ਉਸ ਚੀਜ਼ ਦਾ ਆਪਾਂ ਨੂੰ ਕਿਤੇ ਨਾ ਕਿਤੇ ਹਰਜਾਨਾ ਵੀ ਭੁਗਤਣਾ ਪਿਆ ਕਿ ਲੋਕ ਸੜਕਾਂ ਤੇ ਆ ਗਏ, ਕਿਉਂਕਿ ਜਦੋਂ ਪੈਨਿਕ ਹੁੰਦਾ ਬੰਦਾ ਤਾਂ ਉਹਨੂੰ ਇਹ ਲੱਗਦਾ ਕਿ ਯਾਰ ਮੇਰੇ ਸਾਹਮਣੇ ਮੇਰੀ ਫੈਮਿਲੀ ਹੋਣੀ ਚਾਹੀਦੀ ਹੈ, ਮੈਨੂੰ ਹੋਰ ਕਿਸੇ ਚੀਜ਼ ਤੋਂ ਕੋਈ ਮਤਲਬ ਨਹੀਂ ਹੈ, ਮੇਰਾ ਰੋਟੀ ਰੋਜ਼ਗਾਰ ਜੀ ਸਭ ਜੀ ਕੁਛ ਬੰਦ ਹੋ ਗਿਆ, ਬਟ ਐਟਲੀਸਟ ਮੈਂ ਆਪਣੀ ਫੈਮਿਲੀ ਨੂੰ ਦੇਖਾਂ। ਹੁਣ ਇਹੀ ਚੀਜ਼ ਜਿਹੜੇ ਨਿਊਜ਼ੀਲੈਂਡ ਦੀ ਗਵਰਨਮੈਂਟ ਹੈ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਕਿ 72 ਆਵਰਸ ਦਾ ਸਭ ਨੂੰ ਟਾਈਮ ਦਿੱਤਾ ਕਿ ਠੀਕ ਹੈ ਭਾਈ ਜਿਹਨੇ ਚਲੇ ਜਾਣਾ ਹੈ, ਜਿਹੜਾ ਜਾਣਾ ਚਾਹੁੰਦਾ ਆਪਣੀ ਫੈਮਿਲੀ ਕੋਲੇ ਚਲੇ ਜਾਓ, ਔਰ ਜਿਹੜਾ ਆਉਣਾ ਚਾਹੁੰਦਾ ਹੈ ਉਹ ਆ ਜਾਓ। ਤੇ ਜਦੋਂ ਇਹੋ ਜਿਹੀ ਸਟ੍ਰੈਟਜੀ ਦੇ ਨਾਲ ਇੱਕ ਸਰਕਾਰ ਕੰਮ ਕਰਦੀ ਹੈ ਕਿ ਹਰੇਕ ਬੰਦੇ ਦੀ ਸੇਫਟੀ ਬਾਰੇ ਸੋਚਦੀ ਹੈ ਔਰ ਹਰੇਕ ਬੰਦੇ ਨੂੰ ਉਹ ਇਹ ਮੰਨ ਕੇ ਚੱਲਦੀ ਹੈ ਕਿ ਇਹ ਮੇਰੇ ਦੇਸ਼ ਦਾ ਨਾਗਰਿਕ ਹੈ ਤੇ ਮੈਂ ਇਹਨੂੰ ਮਹਿਫੂਜ਼ ਰੱਖਣਾ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਉੱਥੇ ਤੁਹਾਨੂੰ ਕੋਈ ਵੀ ਇਹੋ ਜਿਹੇ ਬਾਈ ਫੋਰਸ ਤੁਹਾਨੂੰ ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ ਮਨਵਾਉਣ ਦੀ ਜ਼ਰੂਰਤ ਪੈਂਦੀ ਹੈ। ਰਣਜੀਤ ਸਿੰਘ ਜੀ, ਤੁਸੀਂ ਬੜੇ ਹੀ ਛੋਟੇ ਟਾਈਮ ਦੇ ਵਿੱਚ ਬੜੇ ਅੱਛੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਐਲੈਬੋਰੇਟ ਕੀਤੀਆਂ ਤੇ ਮੈਨੂੰ ਲੱਗਦਾ ਹੈ ਕਿ ਨਿਊਜ਼ੀਲੈਂਡ ਦੇ ਜਿਹੜੇ ਲੋਕ ਨੇ ਉਹਨਾਂ ਨੇ ਬੜਾ ਅੱਛਾ ਜੋ ਹੈ ਇਸ ਮਹਾਮਾਰੀ ਨੂੰ ਲੜਨ ਲਈ ਸਰਕਾਰ ਦੇ ਨਾਲ ਜਿਹੜਾ ਹੈ ਸਾਥ ਜਿਹੜਾ ਉਹ ਨਿਭਾਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਨਿਊਜ਼ੀਲੈਂਡ ਦੇ ਲੋਕਾਂ ਤੋਂ ਬਾਕੀ ਦੁਨੀਆ ਜਿਹੜੀ ਹੈ ਉਹ ਵੀ ਸਿੱਖਿਆ ਲਏਗੀ ਤੇ ਜਲਦ ਹੀ ਇਸ ਮਹਾਮਾਰੀ ਤੋਂ ਜੋ ਹੈ ਆਪਾਂ ਬਾਹਰ ਨਿਕਲਾਂਗੇ ਤੇ ਫਿਰ ਦੁਬਾਰਾ ਜੋ ਹੈ ਨਾਰਮਲ ਰੂਟੀਨ ਦੀ ਲਾਈਫ ਦੇ ਵਿੱਚ ਆਪਾਂ ਵਾਪਸ ਪਰਤਾਂਗੇ। ਸੱਚ ਕਹਣ ਲਈ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਅਨਿਲ ਜੀ। ਤੇ ਮੈਂ ਲਾਸਟ ਤੇ ਇੱਕ ਆਪਣੇ ਵੱਲੋਂ ਇਹ ਚੀਜ਼ ਮੈਂਸ਼ਨ ਜ਼ਰੂਰ ਕਰਨੀ ਚਾਹੂੰਗਾ ਕਿ ਸਾਰੇ ਹੀ ਇੰਡੀਆ ਦੇ ਵਿੱਚ, ਬਿਕੋਜ਼ ਆਪਣੀਆਂ ਫੈਮਲੀਆਂ, ਅਸੀਂ ਖੁਦ ਇੰਡੀਆ ਦੇ ਨਾਲ ਕਨੈਕਟਡ ਹਾਂ, ਸਾਡਾ ਖੂਨ, ਸਾਡੀਆਂ ਜੜ੍ਹਾਂ ਉੱਥੇ ਨੇ, ਸਾਡੀਆਂ ਫੈਮਲੀਜ਼ ਉੱਥੇ ਨੇ, ਸਾਡੇ ਸਾਰੇ ਚਾਹੁਣ ਵਾਲੇ ਉੱਥੇ ਨੇ, ਈਵਨ ਕਿ ਸਾਰੇ ਲੋਕ ਜਿੱਥੇ ਜਿੱਥੇ ਵੀ ਦੁਨੀਆ ਦੇ ਵਿੱਚ ਰਹਿੰਦੇ ਆ, ਕਿ ਇਸ ਚੀਜ਼ ਨੂੰ ਸਿਰਫ ਇੱਕ ਮਜ਼ਾਕ ਦੇ ਤੌਰ ਤੇ ਨਾ ਲਿਆ ਜਾਵੇ, ਜੋ ਕਿ ਸਾਡੇ ਲੋਕਾਂ ਦੀ ਬਹੁਤ ਵੱਡੀ ਖਾਮੀ ਹੈ। ਸਾਨੂੰ ਇਸ ਚੀਜ਼ ਤੋਂ ਬਹੁਤ ਵੱਡਾ ਲੈਸਨ ਹੈ ਜਿਹੜਾ ਉਹ ਲਰਨ ਕਰਨ ਦੀ ਜ਼ਰੂਰਤ ਹੈ। ਸਾਨੂੰ ਜ਼ਰੂਰਤ ਹੈ ਕਿ ਅਗਰ ਦੁਨੀਆ ਦੇ ਵਿੱਚ ਇਹੋ ਜਿਹਾ ਟਾਈਮ ਕਿਤੇ ਵੀ ਆ ਜਾਵੇ ਜਿੱਥੇ ਸਾਡੀ ਟੈਕਨੋਲੋਜੀ, ਜਿੱਥੇ ਸਾਡਾ ਸਾਰਾ ਸਿਸਟਮ ਹੈ ਜਿਹੜਾ ਉਹ ਉਸ ਦੇ ਅੱਗੇ ਫੇਲ ਹੋ ਜਾਵੇ, ਤਾਂ ਉੱਥੇ ਤੁਸੀਂ ਆਪਣੀ ਸਿਆਣਪ ਤੋਂ ਔਰ ਤੁਸੀਂ ਆਪਣੇ ਇੱਕ ਉਸ ਹੌਸਲੇ ਤੋਂ ਕੰਮ ਲੈਣਾ ਹੈ ਜਿਹੜਾ ਤੁਹਾਡੇ ਨਾਲ ਨਾਲ ਦੂਸਰਿਆਂ ਨੂੰ ਵੀ ਇੱਕ ਜਿਉਣ ਦੀ ਸਿੱਧੀ ਰਾਹ ਦਿਖਾ ਦੇਵੇ। ਤਾਂ ਸਾਨੂੰ ਇਹ ਚੀਜ਼ ਸਿੱਖਣੀ ਚਾਹੀਦੀ ਹੈ ਕਿ ਇਹੋ ਜਿਹੇ ਅਗਰ ਕਿਸੇ ਵੀ ਕੰਟਰੀ ਦੇ ਵਿੱਚ ਇਹੋ ਜਿਹੀ ਜੋ ਕੰਡੀਸ਼ਨ ਹੁੰਦੀ ਹੈ ਜਾਂ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ ਤਾਂ ਉਸ ਦਾ ਡਟ ਕੇ ਸਾਹਮਣਾ ਕੀਤਾ ਜਾਵੇ, ਔਰ ਰਾਦਰ ਦੈਨ ਉਸ ਚੀਜ਼ ਨੂੰ ਮਜ਼ਾਕ ਸਮਝਣ ਦੀ ਬਜਾਏ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ, ਲੋਕਾਂ ਨੂੰ ਜਾਗਰੂਕ ਕੀਤਾ ਜਾਏ ਕਿ ਜੋ ਵੀ ਤੁਹਾਡੇ ਕੋਲੇ ਰਿਸੋਰਸਿਸ ਤੁਹਾਡੇ ਕੋਲ ਘਰੇ ਹੈ ਜਾਂ ਤੁਹਾਡੀ ਸਟੇਟ ਦੇ ਵਿੱਚ ਅਵੇਲੇਬਲ ਹੈ, ਤੁਸੀਂ ਉਹਨਾਂ ਰਿਸੋਰਸਿਸ ਨੂੰ ਪੂਰੇ ਚੰਗੀ ਤਰ੍ਹਾਂ ਯੂਜ਼ ਕਰਕੇ ਕਿਵੇਂ ਆਪਣੇ ਆਪ ਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਹੈ ਜਿਹੜਾ ਉਹ ਬਚਾ ਸਕਦੇ ਹੋ। ਇਹ ਸਾਡੇ ਲਈ ਬਹੁਤ ਵੱਡਾ ਲੈਸਨ ਹੈ। ਜੀ ਰਣਜੀਤ ਜੀ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਤੋਂ ਫਿਰ, ਤੇ उम्मीद करते हैं दर्शकों को ये गलबात साड़ी बहुत पसंद आई होगी। देश विदेश की तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।